ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਜਦੋਂ ਦੀ ਸ੍ਰਿਸ਼ਟੀ ਹੋਂਦ ਦੇ ਵਿੱਚ ਆਈ ਆ, ਇਸ ਸ੍ਰਿਸ਼ਟੀ ਦੇ ਵਿੱਚ ਅਨੇਕ ਤਰ੍ਹਾਂ ਦੇ ਵੱਡੇ ਵੱਡੇ ਵੱਡਸ਼ਾਲੀ ਰਾਜੇ ਤਵੀਸਰ ਯੋਧੇ ਇਹ ਹੁੰਦੇ ਆਏ ਆ, ਲੇਕਿਨ ਇਹਨਾਂ ਸਾਰਿਆਂ ਦੇ ਵਿੱਚੋਂ ਵਿਸ਼ੇਸ਼ ਕਰਕੇ ਰਾਵਣ ਦਾ ਨਾਂ ਅੱਜ ਦੇ ਦੌਰ ਦੇ ਵਿੱਚ ਬੜਾ ਪ੍ਰਸਿੱਧ ਮੰਨਿਆ ਜਾਂਦਾ। ਹੋਰ ਰਾਵਣ ਰਾਜਾ ਐਸਾ ਹੋਇਆ ਕਿ ਜਿਸ ਨੇ ਆਪਣੇ ਆਪ ਨੂੰ ਇੰਨਾ ਸ਼ਕਤੀਸ਼ਾਲੀ ਬਣਾ ਲਿਆ ਸੀਗਾ ਕਿ ਹਰੇਕ ਖੇਤਰ ਦੇ ਵਿੱਚ ਦੁਨੀਆ ਦੇ ਵਿੱਚ ਉਹਦਾ ਮੁਕਾਬਲਾ ਕੋਈ ਦੂਸਰਾ ਰਾਜਾ ਨਹੀਂ ਸੀ ਕਰ ਸਕਦਾ। ਸੋ ਜਿਵੇਂ ਗੁਰਬਾਣੀ ਨੇ ਸਾਨੂੰ ਦੱਸਿਆ ਹੈਗਾ ਕਿ ਅਗਰ ਕਿਸੇ ਵਿਅਕਤੀ ਦੇ ਅੰਦਰ 5 ਵਿਸ਼ੇਸ਼ ਗੁਣ ਹੋਣ ਤਾਂ ਉਹ ਜਿਹੜਾ ਵਿਅਕਤੀ ਹੈ ਨਾ, ਦੁਨੀਆ ਦੇ ਵਿੱਚ ਸਭ ਤੋਂ ਸ੍ਰੇਸ਼ਟ ਵਿਅਕਤੀਆਂ ਦੇ ਵਿੱਚੋਂ ਗਿਣਿਆ ਜਾਂਦਾ ਹੈ। ਸੋ ਇਹ 5 ਗੁਣ ਕਿਹੜੇ ਆ? ਗੁਰਬਾਣੀ ਕਹਿੰਦੀ ਆ ਕਿ ਅਤ ਸੁੰਦਰ, ਕੁਲੀਨ, ਚਤਰ, ਮੁੱਖ ਗਿਆਨੀ, ਧਨਵੰਤ। ਅਤ ਸੁੰਦਰ ਕਹਿੰਦੇ ਕੋਈ ਅਤ ਦਾ ਸੁੰਦਰ ਹੋਵੇ। ਹੁਣ ਅਗਰ ਰਾਵਣ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਰਾਵਣ ਆਪਣੇ ਸਮੇਂ ਦਾ ਅਤ ਸੁੰਦਰ ਰਾਜਾ ਹੋਇਆ। ਕਿਉਂ? ਇਹਨੇ ਵਰਦਾਨ ਮੰਗਿਆ ਸੀਗਾ ਕਿ ਮੈਂ ਸਦਾ ਜਵਾਨ ਰਹਾਂ, ਸਦਾ ਸੁੰਦਰ ਰਹਾਂ। ਦੂਸਰਾ ਕੀ ਹੈ? ਗੁਰਬਾਣੀ ਕਹਿੰਦੀ ਹੈ ਦੂਸਰਾ ਹੈਗਾ ਕੁਲੀਨ। ਦੇਖੋ, ਉੱਚੀ ਕੁਲ ਦਾ ਹੋਣਾ। ਰਾਵਣ ਦੇ ਟਾਈਮ ਸਭ ਤੋਂ ਉੱਚੀ ਕੁਲ ਬ੍ਰਾਹਮਣ ਕੁਲ ਮੰਨੀ ਜਾਂਦੀ ਸੀ, ਇਸ ਕਰਕੇ ਰਾਵਣ ਵੀ ਜਿਹੜਾ ਸੀਗਾ ਨਾ ਉਹ ਬ੍ਰਾਹਮਣ ਜਾਤ ਦੇ ਵਿੱਚੋਂ ਹੋਇਆ। ਤੀਸਰਾ ਹੈ ਚਤਰ, ਕਿ ਸਭ ਤੋਂ ਅਗਰ ਚਤਰ ਵਿਅਕਤੀ ਹੋਇਆ ਸੰਸਾਰ ਦੇ ਵਿੱਚ, ਜਿਹੜਾ ਆਪਣੀ ਪਲਾਨ, ਆਪਣੇ ਯੋਜਨਾਵਾਂ ਦੇ ਵਿੱਚ ਸਭ ਨੂੰ ਫੇਰ ਕਰਨ ਵਾਲਾ, ਉਹ ਵੀ ਰਾਵਣ ਗਣਿਆ। ਕਿਉਂ? ਦੇਖੋ, ਉਸ ਟਾਈਮ 14 ਕਲਾ ਭਗਵਾਨ ਰਾਮ ਚੰਦਰ ਦੀ ਧਰਮ ਪਤਨੀ ਸੀਤਾ ਜੀ ਦਾ ਹਰਨ ਕਰਨਾ ਇਹਦੀ ਚਤਰਾਈ ਦਾ ਹੀ ਇੱਕ ਸਿੱਟਾ ਸੀਗਾ। ਫਿਰ ਅੱਗੇ ਬਾਣੀ ਕਹਿੰਦੀ ਉਹ ਮੁੱਖ ਗਿਆਨੀ। ਹੁਣ ਰਾਵਣ ਵਰਗਾ ਮੁੱਖ ਗਿਆਨੀ ਕਿਹੜਾ ਹੋ ਸਕਦਾ ਆਪਣੇ ਸਮੇਂ ਦੇ ਵਿੱਚ ਜਿਹਨੇ 4 ਵੇਦ ਮੂੰਹ ਜ਼ਬਾਨੀ ਯਾਦ ਹੋਣ। ਅਤੇ ਅੱਗੇ ਬਾਣੀ ਕਹਿੰਦੀ ਆ ਧਨਵੰਤ। ਔਰ ਰਾਵਣ ਵਰਗਾ ਧਨੀ ਵੀ ਸੰਸਾਰ 'ਚ ਕੋਈ ਨਹੀਂ ਹੋਇਆ। ਕਿਉਂ? ਜਿਹਦੀ ਲੰਕਾ ਹੀ ਸੋਨੇ ਦੀ ਸੀ, ਉਹ ਤੋਂ ਵੱਡਾ ਧਨੀ ਕੌਣ ਹੋ ਸਕਦਾ ਹੈ? ਇਸੇ ਕਰਕੇ ਗੁਰਬਾਣੀ ਨੇ ਸਾਨੂੰ ਰਾਵਣ ਦੇ ਪ੍ਰਤੀ ਪੂਰਾ ਉਸ ਦੇ ਜੀਵਨ ਦਾ ਜਿਹੜਾ ਹਾਲ ਹੈ, ਉਹਦੀਆਂ ਜੋ ਸਭ ਤੋਂ ਵੱਡੀਆਂ ਦੇਣਾ ਜਾਂ ਉਹਦਾ ਐਡਾ ਸ਼ਕਤੀਸ਼ਾਲੀ ਹੋਣ ਦਾ ਜੋ ਰਾਵਣ ਦੇ ਪ੍ਰਤੀ ਗੁਰਮਤਿ ਸਾਨੂੰ ਦੱਸਦੀ ਆ, ਉਸ ਨੂੰ ਸੁਣ ਕੇ ਹਰੇਕ ਆਦਮੀ ਜਿਹੜਾ ਹੈ ਨਾ ਉਹ ਜ਼ਰੂਰ ਹੈਰਤ ਅੰਗੇਜ਼ ਹੋ ਜਾਂਦਾ ਹੈ। ਜਿਵੇਂ ਬਾਣੀ ਆਖਦੀ ਆ ਕਿ ਸੋਇਨ ਲੰਕਾ ਵੱਡਾ ਗੜ੍ਹ, ਖਾਰ ਸਮੁੰਦ ਜਵੇਹੀ ਖਾਈ, ਲੱਖ ਪੁੱਤ ਪੋਤੇ ਸਵਾ ਲੱਖ, ਕੁੰਭਕਰਨ ਮਹਿ ਰਾਵਣ ਭਾਈ, ਪਵਨ ਬਹੋਰੀ ਦੇ ਨਿਤ, ਇੰਦਰ ਭਰੇ ਪਾਣੀ ਬਰਿਆਈ, ਬੇਸੰਤ ਰਸੋਈਆ, ਸੂਰਜ ਚੰਦ ਚੈਰਾਗ ਦਿਪਾਈ, ਬਹੁ ਖੂਹਣ ਚਤਰੰਗ ਦਲ, ਦੇਸ ਨ ਭੇਸ ਨ ਕੀਮਤ ਪਾਈ, ਮਹਾਦੇਵ ਦੀ ਸੇਵਕਾਰ, ਦੇਵ ਦਾਨਮ ਰਹਿੰਦੇ ਸ਼ਰਨਾਈ, ਅਪ ਜਸ ਲੈ ਦੁਰਮਤ ਬਰਿਆਈ, ਅਪ ਜਸ ਲੈ ਦੁਰਮਤ ਬਰਿਆਈ। ਦੇਖੋ, ਰਾਵਣ ਨੇ ਆਪਣੇ ਆਪ ਨੂੰ ਸਾਰੇ ਪਾਸੋਂ ਸਰਬ ਸ਼ਕਤੀ ਬਣਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਔਰ ਉਸ ਦੀ ਇਸ ਪਲਾਨ ਦੇ ਵਿੱਚ, ਇਸ ਜੋਸ਼ ਦੇ ਅੰਦਰ, ਉਹ ਆਪਣੀ ਜੀਵਨ ਦੀ ਤਰੱਕੀ ਦੇ ਅੰਦਰ ਸਭ ਤੋਂ ਅਗਰ ਵੱਡੀ ਗੱਲ ਦੇ ਵਿੱਚ ਆਪਾਂ ਨੂੰ ਮਿਲਦੀ ਆ ਤਾਂ ਉਹ ਹੈ ਕਿ ਦੁਨੀਆ ਦੇ ਵਿੱਚ ਰਾਜੇ ਤਾਂ ਬੜੇ ਸ਼ਕਤੀਸ਼ਾਲੀ ਹੋਏ ਆ, ਪਰ ਦੇਖੋ ਰਾਵਣ ਵਰਗਾ ਐਹਾ ਰਾਜਾ ਜਿਸ ਨੇ ਕਾਲ ਨੂੰ ਵੀ ਆਪਣੇ ਪਾਵੇ ਦੇ ਨਾਲ ਬੰਨਿਆ ਸੀਗਾ, ਇਹੋ ਜਿਹਾ ਰਾਜਾ ਕਿਧਰੇ ਨਜ਼ਰ ਨਹੀਂ ਆਉਂਦਾ। ਸੋ ਇਹ ਜਿਹੜਾ ਹੈ ਨਾ ਕਾਲ ਨੂੰ ਪਾਵੇ ਨਾਲ ਬੰਨਣਾ ਰਾਵਣ ਨੇ ਆਪਣੇ ਜੀਵਨ ਦੇ ਵਿੱਚ, ਇਹ ਸਭ ਤੋਂ ਵੱਡੀ ਜਿਹੜੀ ਹੈ ਨਾ ਰਾਵਣ ਦੀ ਸ਼ਕਤੀਸ਼ਾਲੀ ਕਾਰਨ ਦੀ ਇੱਕ ਨਿਸ਼ਾਨੀ ਮੰਨੀ ਜਾਂਦੀ ਆ। ਸੋ ਜੋ ਰਾਵਣ ਨੇ ਕਾਲ ਆਪਣੇ ਪਾਵੇ ਦੇ ਨਾਲ ਬੰਨਿਆ ਸੀ, ਉਹ ਕਾਲ ਕੀ ਹੈ, ਇਸ ਦੀ ਇੱਕ ਵਿਚਾਰ ਦਾਸ ਆਪ ਸਾਰੀਆਂ ਸੰਗਤਾਂ ਦੇ ਨਾਲ ਗਿਆਨ ਵਜੋਂ ਸਾਂਝਾ ਕਰਦਾ ਹੈਗਾ। ਦੇਖੋ, ਜਦੋਂ ਰਾਵਣ ਦਾ ਰਾਜ ਸੀਗਾ ਨਾ, ਰਾਵਣ ਦੇ ਰਾਜ ਦੇ ਵਿੱਚ ਬਹੁਤ ਵੱਡੇ ਵੱਡੇ ਵੱਡਸ਼ਾਲੀ ਰਾਜੇ ਵੀ ਹੋਏ ਆ। ਰਾਵਣ ਦੇ ਮਨ ਵਿੱਚ ਇਹ ਸੀਗਾ ਕਿ ਮੈਂ ਦੁਨੀਆ ਦਾ ਸਭ ਤੋਂ ਸ੍ਰੇਸ਼ਟ ਰਾਜਾ ਬਣਨਾ ਅਤੇ ਚੱਕਰਵਰਤੀ ਰਾਜਾ ਕਹਾਵਾਂ, ਅਤੇ ਕੋਈ ਵੀ ਰਾਜਾ ਜਿਹੜਾ ਹੈ ਨਾ ਮੇਰੇ ਤੋਂ ਉੱਪਰ ਨਹੀਂ ਹੋਣਾ ਚਾਹੀਦਾ, ਸਾਰੇ ਰਾਜੇ ਮੇਰੇ ਅਧੀਨ ਹੋਣੇ ਚਾਹੀਦੇ ਆ। ਅਤੇ ਇਹ ਸੋਚ ਕੇ ਰਾਵਣ ਨੇ ਆਪਣੇ ਜਿਹੜੇ ਗੁਪਤਚਰ ਸੀਗੇ ਪੂਰੇ ਸੰਸਾਰ ਦੇ ਵਿੱਚ ਭੇਜੇ ਹੋਏ ਸੀ ਵੀ ਮੈਨੂੰ ਦੱਸੋ ਵੀ ਕਿਹੜਾ ਰਾਜਾ ਇਹਦੇ ਪਾਸ ਕਿੰਨੀ ਤਾਕਤ ਵਾ ਅਤੇ ਉਹਦੇ ਪਾਸ ਕਿੰਨੀ ਸਮਰੱਥਾ ਹੈਗੀ ਆ। ਸੋ ਕਰਦੇ ਕਰਦੇ ਜਿਹੜੇ ਗੁਪਤਚਰ ਰਾਵਣ ਦੇ ਸੀਗੇ, ਉਹਨਾਂ ਨੇ ਇੱਕ ਖੂਫੀਆ ਰਿਪੋਰਟ ਰਾਵਣ ਨੂੰ ਭੇਜੀ ਅਤੇ ਰਾਵਣ ਨੂੰ ਇਹ ਗੱਲ ਆਖੀ ਕਿ ਬਾਕੀ ਜਿੰਨੇ ਸੰਸਾਰ ਦੇ ਰਾਜੇ ਹੈਗੇ ਆ ਉਹਨਾਂ ਨੂੰ ਤੁਸੀਂ ਆਸਾਨੀ ਨਾਲ ਜਿੱਤ ਸਕਦੇ ਆ, ਕਿਉਂਕਿ ਆਪ ਦੇ ਮੁਕਾਬਲੇ ਵਿੱਚ ਕੋਈ ਰਾਜਾ ਨਹੀਂ। ਹਾਂ, ਇੱਕ ਰਾਜਾ ਜਿਹੜਾ ਹੈ ਨਾ ਉਹ ਆਪ ਤੋਂ ਵੀ ਵੱਡਾ ਸ਼ਕਤੀਸ਼ਾਲੀ ਆ। ਅਗਰ ਤੁਸੀਂ ਉਸ ਰਾਜੇ ਨੂੰ ਲੜਾਈ ਦੇ ਅੰਦਰ ਈਨ ਦਬਾ ਦਿਓ ਅਤੇ ਅਗਰ ਉਹ ਰਾਜਾ ਤੁਹਾਡੇ ਸਾਹਮਣੇ ਹਾਰ ਜਾਵੇ ਕਿਸੇ ਵੀ ਤਰੀਕੇ ਦੇ ਨਾਲ, ਤਾਂ ਤੁਸੀਂ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਰਾਜੇ ਬਣ ਸਕਦੇ ਆ।
ਜਦ ਜਿਹੜੇ ਗੁਪਤਚਰ ਸੂਏ ਸੀ ਉਹਨਾਂ ਨੇ ਇਹ ਜਿਹੜੀ ਖੁਫੀਆ ਰਿਪੋਰਟ ਸੀ ਰਾਵਣ ਨੂੰ ਦਿੱਤੀ, ਤੇ ਰਾਵਣ ਜਿਹੜਾ ਸੀਗਾ ਉਹਨੇ ਸੁਣਿਆ ਵੀ ਹੈ ਮੇਰੇ ਤੋਂ ਵੀ ਵੱਡਾ ਕੋਈ ਸ਼ਕਤੀਸ਼ਾਲੀ ਰਾਜਾ। ਤਾਂ ਫਿਰ ਸੂਇਆ ਨੇ ਪੁੱਛਿਆ ਸੀਗਾ ਵੀ ਉਹ ਕੌਣ ਹੈ, ਅਤੇ ਸੂਇਆ ਨੇ ਦੱਸਿਆ ਸੀਗਾ ਕਿ ਉਹ ਅਯੁੱਧਿਆ ਦਾ ਰਾਜਾ ਹੈ ਰਘੂ, ਕਿਉਂਕਿ ਜਿਹੜਾ ਰਘੂ ਰਾਜਾ ਹੋਇਆ ਹੈ ਬਹੁਤ ਮਰਜ਼ਾਦਾ ਪੁਰਸ਼ੋਤਮ ਰਾਜਾ ਹੋਇਆ ਹੈ, ਅਤੇ ਇਸ ਦੇ ਰਾਜ ਦੇ ਵਿੱਚ ਜਿੰਨੇ ਵੀ ਜਿਹੜੇ ਲੋਕੀ ਸੀਗੇ ਬਹੁਤ ਖੁਸ਼ਹਾਲ ਸੀਗੇ। ਸੋ ਸਭ ਤੋਂ ਸ਼ਕਤੀਸ਼ਾਲੀ ਰਾਜਾ ਅਗਰ ਰਾਵਣ ਦੇ ਟਾਈਮ ਤੋਂ ਦੇ ਵਿੱਚ ਹੋਇਆ ਹੈਗਾ ਤਾਂ ਉਹ ਰਾਜਾ ਹੋਇਆ ਅਯੁੱਧਿਆ ਦਾ ਰਘੂ, ਜਿਸ ਤੋਂ ਇੱਕ ਜਿਹੜਾ ਅਖਾਣ ਚੱਲਿਆ ਆਉਂਦਾ ਕਿ ਰਘੂ ਕੁਲ ਰੀਤ ਸਦਾ ਚਲੀ ਆਈ, ਪ੍ਰਾਣ ਜਾਈ ਪਰ ਬਚਨ ਨਾ ਜਾਈ। ਸੋ ਇਹ ਜਿਹੜੀ ਰੀਤ ਸੀ ਰਘੂ ਤੋਂ ਚੱਲੀ ਆਉਂਦੀ ਸੀ। ਫਿਰ ਰਾਵਣ ਨੇ ਸੋਚਿਆ ਵੀ ਹੋਵੇ ਨਾ ਹੋਵੇ, ਮੈਂ ਨਾ ਰਘੂ ਦੀ ਸ਼ਕਤੀ ਨੂੰ ਪਹਿਲਾਂ ਪਰਖ ਕੇ ਦੇਖਾਂ ਵੀ ਇਹ ਜਿਹੜਾ ਰਘੂ ਹੈ ਕਿੱਡਾ ਸ਼ਕਤੀਸ਼ਾਲੀ ਰਾਜਾ। ਇਹ ਸੋਚ ਕੇ ਫਿਰ ਰਾਵਣ ਜਿਹੜਾ ਸੀਗਾ ਇਸ ਨੇ ਇੱਕ ਬ੍ਰਾਹਮਣ ਦਾ ਭੇਖ ਬਣਾਇਆ। ਬ੍ਰਾਹਮਣ ਦੇ ਭੇਖ ਦੇ ਵਿੱਚ ਰਾਵਣ ਫਿਰ ਅਯੁੱਧਿਆ ਪਹੁੰਚਾ। ਜਦ ਅਯੁੱਧਿਆ ਪਹੁੰਚਿਆ ਤਾਂ ਇਹਨੇ ਪਤਾ ਕੀਤਾ ਕਿ ਰਘੂ ਰਾਜਾ ਕਿੱਥੇ ਆ। ਫਿਰ ਇਹਨੂੰ ਪਤਾ ਲੱਗਾ ਕਿ ਜਿਹੜਾ ਰਘੂ ਰਾਜਾ ਹੈ ਇਸ ਟਾਈਮ ਆਪਣੇ ਪੂਜਾ ਦੇ ਮਹਿਲ ਦੇ ਅੰਦਰ ਜਿਹੜਾ ਹੈ ਨਾ ਉਹ ਪੂਜਾ ਕਰ ਰਿਹਾ ਹੈਗਾ। ਰਾਵਣ ਜਿਹੜਾ ਸੀਗਾ ਬ੍ਰਾਹਮਣ ਬਣ ਕੇ ਬਾਹਰ ਇਹਦਾ ਇੰਤਜ਼ਾਰ ਕਰਦਾ ਰਿਹਾ, ਪਰ ਜਦੋਂ ਰਘੂ ਰਾਜਾ ਪੂਜਾ ਦੀ ਸਮਾਪਤੀ ਤੋਂ ਬਾਅਦ ਮਹਿਲ ਤੋਂ ਬਾਹਰ ਆਇਆ ਅਤੇ ਇਹਨੇ ਆਉਂਦਿਆਂ ਹੀ ਹੈ ਨਾ ਹਵਾ ਦੇ ਵਿੱਚ ਆਪਣਾ ਜਿਹੜਾ ਇੱਕ ਹੱਥ ਸੀਗਾ ਉਹ ਦੱਖਣ ਵੱਲ ਇਸ਼ਾਰਾ ਕਰਕੇ ਇਹ ਹਿਲਾਇਆ। ਜਦ ਰਘੂ ਰਾਜੇ ਨੇ ਆਪਣਾ ਹੱਥ ਦੱਖਣ ਵੱਲ ਇਸ਼ਾਰਾ ਕਰਕੇ ਹਵਾ ਦੇ ਵਿੱਚ ਲਹਿਰਾਇਆ ਅਤੇ ਇਸ ਦਾ ਇਸ ਤਰ੍ਹਾਂ ਹੱਥ ਨੂੰ ਲਹਿਰਾਉਂਦਾ ਦੇਖ ਕੇ ਰਾਵਣ ਜਿਹੜਾ ਸੀਗਾ ਉਹ ਬੜਾ ਹੈਰਾਨ ਹੋਇਆ। ਮਨ 'ਚ ਸੋਚਿਆ ਕਿ ਮੈਨੂੰ ਵੀ ਪੂਜਾ ਦਾ ਪਤਾ, ਵਿਧੀ ਵਿਧਾਨ ਦਾ ਪਤਾ ਹੈ, ਪਰ ਮੈਨੂੰ ਇਹ ਵੀ ਪਤਾ ਹੈਗਾ ਕਿ ਜਦੋਂ ਕੋਈ ਵਿਅਕਤੀ ਪੰਡਤ ਉੱਚਾ ਰਾਜਾ ਜਿਹੜਾ ਕੋਈ ਵੀ ਹੋਵੇ ਜਦ ਪੂਜਾ ਦੀ ਸਮਾਪਤੀ ਤੋਂ ਬਾਅਦ ਬਾਹਰ ਆਉਂਦਾ ਅਤੇ ਕਿਸੇ ਵੀ ਰਾਜੇ ਨੂੰ ਮੈਂ ਅੱਜ ਤੱਕ ਹਵਾ ਦੇ ਵਿੱਚ ਹੱਥ ਇਸ ਤਰ੍ਹਾਂ ਹਿਲਾਉਂਦੇ ਨਹੀਂ ਦੇਖਿਆ ਜਿਸ ਤਰ੍ਹਾਂ ਰਘੂ ਨੇ ਹਿਲਾਇਆ। ਇਹਦਾ ਮਤਲਬ ਇਹ ਆ ਵੀ ਇਹਦੇ ਪਿੱਛੇ ਕੋਈ ਕਾਰਨ ਜ਼ਰੂਰ ਹੋਊਗਾ। ਇਸ ਦਾ ਕਾਰਨ ਦਾ ਪਤਾ ਕਰਨ ਵਾਸਤੇ ਰਾਵਣ ਜਿਹੜਾ ਸੀਗਾ ਰਘੂ ਰਾਜੇ ਦੇ ਸਾਹਮਣੇ ਆ ਕੇ ਇਹਨੇ ਬ੍ਰਾਹਮਣ ਭੇਸ ਵਿੱਚ ਰਘੂ ਰਾਜੇ ਨੂੰ ਨਮਸਕਾਰ ਕੀਤੀ ਤਾਂ ਰਘੂ ਰਾਜੇ ਨੇ ਇਸ ਨੂੰ ਬ੍ਰਾਹਮਣ ਜਾਣ ਕੇ ਇਹਦਾ ਸਵਾਗਤ ਕੀਤਾ। ਪੁੱਛਿਆ ਵੀ ਤੁਸੀਂ ਅਯੁੱਧਿਆ 'ਚ ਕਿਵੇਂ ਆਏ ਆ। ਫਿਰ ਰਾਵਣ ਨੇ ਬ੍ਰਾਹਮਣ ਭੇਸ ਦੇ ਵਿੱਚ ਰਘੂ ਨੂੰ ਇਹ ਪੁੱਛ ਲਿਆ ਸੀਗਾ ਕਹਿੰਦੇ ਤੁਸੀਂ ਇਹ ਦੱਸੋ ਕਿ ਜਿੱਥੇ ਤੱਕ ਮੈਨੂੰ ਯਾਦ ਹੈਗਾ ਕਿ ਜਦੋਂ ਪੂਜਾ ਦੀ ਕੋਈ ਸਮਾਪਤੀ ਹੁੰਦੀ ਆ ਕੋਈ ਵੀ ਪੂਜਾ ਵਾਲਾ ਪੰਡਤ ਬ੍ਰਾਹਮਣ ਰਾਜਾ ਕੋਈ ਵੀ ਹੋਵੇ ਉਹ ਹਵਾ ਦੇ ਵਿੱਚ ਹੱਥ ਨਹੀਂ ਮਾਰਦਾ, ਤੁਸੀਂ ਹੱਥ ਕਿਉਂ ਮਾਰਿਆ। ਜਦ ਰਾਵਣ ਨੇ ਆਪਣੇ ਮਨ ਦੀ ਜਿਹੜੀ ਤਸੱਲੀ ਵਾਸਤੇ ਰਘੂ ਨੂੰ ਸਿੱਧਾ ਪੁੱਛਿਆ ਅਤੇ ਫਿਰ ਰਘੂ ਰਾਜੇ ਨੇ ਰਾਵਣ ਨੂੰ ਦੱਸਿਆ ਸੀ। ਉਹ ਕਹਿਣ ਲੱਗਾ ਸੀਗਾ ਕਿ ਇੱਥੇ ਦੱਖਣ ਦੇ ਵਿੱਚ ਐਡੇ ਦੂਰ ਜਾ ਕੇ ਇੱਕ ਰਿਖੀ ਗਊਆਂ ਚਾਰ ਰਿਹਾ ਹੈਗਾ, ਪਰ ਗਊਆਂ ਚਾਰਦੇ ਅਚਨਚੇਤ ਉਹਦੀ ਸਮਾਧੀ ਲੱਗ ਗਈ ਅਤੇ ਜਿਸ ਜਗ੍ਹਾ ਉਹਦੀਆਂ ਗਊਆਂ ਚਾਰਦੀਆਂ ਸੀ ਉਹਦੀਆਂ ਗਊਆਂ ਦਾ ਸ਼ਿਕਾਰ ਕਰਨ ਵਾਸਤੇ ਇੱਕ ਖੇਤ ਜਿਹੜਾ ਉਹ ਗਊਆਂ ਦੇ ਇਲਾਕੇ ਵਿੱਚ ਜਾ ਵੜਿਆ ਹੈ। ਅਤੇ ਜਿਉਂ ਹੀ ਉਹ ਸ਼ੇਰ ਜਿਹੜਾ ਹੈਗਾ ਗਊਆਂ ਦਾ ਸ਼ਿਕਾਰ ਕਰਨ ਲੱਗਾ ਅਤੇ ਰਘੂ ਰਾਜਾ ਕਹਿਣ ਲੱਗਾ ਕਿ ਉਹ ਸ਼ੇਰ ਜਿਹੜਾ ਸਾਡੀ ਨਜ਼ਰ 'ਚ ਆ ਗਿਆ, ਪਰ ਅਸੀਂ ਰਿਖੀ ਵੱਲ ਦੇਖਿਆ ਜਿਹੜਾ ਗਊਆਂ ਨੂੰ ਚਾਰ ਰਿਹਾ ਸੀਗਾ ਅਤੇ ਉਹਦੀ ਸਮਾਧੀ ਲੱਗੀ ਹੋਈ ਸੀ। ਇਸ ਕਰਕੇ ਰਿਖੀ ਦੀਆਂ ਗਊਆਂ ਦੀ ਰਾਖੀ ਹੋ ਸਕੇ ਅਸੀਂ ਆਪਣੀ ਉਂਗਲੀ ਦੇ ਇਸ਼ਾਰੇ ਨਾਲ ਉਸ ਸ਼ੇਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਜਦ ਇੰਨੀ ਗੱਲ ਹੋਈ ਤਾਂ ਰਾਵਣ ਹੈਰਾਨ ਹੋ ਗਿਆ ਵੀ ਕਿੱਥੇ ਦੱਖਣਵਾ ਕਿੱਥੇ ਅਯੁੱਧਿਆ ਦਾ ਰਾਜਾ। ਇਹਨੇ ਕੋਈ ਤੀਰ ਨਹੀਂ ਕਮਾਨ ਨਹੀਂ ਚੜ੍ਹਿਆ, ਕੁਛ ਨਹੀਂ ਕੀਤਾ, ਲੇਕਿਨ ਇੱਕ ਉਂਗਲੀ ਦੇ ਇਸ਼ਾਰੇ ਦੇ ਨਾਲ ਹੀ ਸ਼ੇਰ ਨੂੰ ਇੱਥੇ ਬੈਠਿਆਂ ਹੀ ਮਾਰ ਦਿੱਤਾ ਹੈ। ਇਹ ਸੋਚ ਕੇ ਰਾਵਣ ਨੇ ਆਪਣੀ ਤਸੱਲੀ ਦੇ ਵਾਸਤੇ ਨਮਸਕਾਰ ਕਰਕੇ ਜਦ ਜਿਸ ਜਗ੍ਹਾ ਰਿਖੀ ਜਿਹੜਾ ਸੀ ਗਊਆਂ ਚਾਰਦਾ ਸੀ ਉਸ ਜਗ੍ਹਾ 'ਤੇ ਪਹੁੰਚਿਆ ਰਾਵਣ, ਅਤੇ ਉਹਨੇ ਕੀ ਦੇਖਿਆ ਵਾਕਿਆ ਰਿਖੀ ਦੀ ਸਮਾਧੀ ਲੱਗੀ ਹੋਈ ਆ ਅਤੇ ਜਿਸ ਜਗ੍ਹਾ ਗਊਆਂ ਚਾਰਦੀਆਂ ਉਹਨੂੰ ਗਊਆਂ ਦੇ ਵਿੱਚ ਸ਼ੇਰ ਇੱਕ ਤਾਜ਼ਾ ਹੀ ਮਰਿਆ ਪਿਆ ਹੈ। ਅਤੇ ਜਦ ਰਾਵਣ ਨੇ ਅੱਖੀਂ ਦੇਖਿਆ ਤਾਂ ਰਾਵਣ ਖੁਦ ਹੈਰਾਨ ਹੋ ਗਿਆ ਵੀ ਰਘੂ ਦੇ ਪਾਸ ਐਡੀ ਭਾਰੀ ਸ਼ਕਤੀ ਆ ਕਿ ਆਪਣੀ ਉਂਗਲੀ ਦੇ ਇਸ਼ਾਰੇ ਨਾਲ ਇਹਨੇ ਉੱਥੇ ਬੈਠੇ ਸ਼ੇਰ ਨੂੰ ਮਾਰ ਦਿੱਤਾ ਹੈ। ਅਤੇ ਫਿਰ ਰਾਵਣ ਨੇ ਸੋਚਿਆ ਕਿ ਇਹਦੀ ਸ਼ਕਤੀ ਨੂੰ ਹੋਰ ਪਰਖਣ ਵਾਸਤੇ ਮੈਨੂੰ ਇਹਦੇ ਨਾਲ ਯੁੱਧ ਕਰਨਾ ਚਾਹੀਦਾ ਹੈ। ਅਗਰ ਇਹ ਯੁੱਧ ਦੇ ਵਿੱਚ ਮੇਰੇ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਹੋਇਆ ਮੈਨੂੰ ਜਿੱਤ ਗਿਆ ਫਿਰ ਤਾਂ ਕੋਈ ਗੱਲ ਨਹੀਂ, ਕਿਉਂਕਿ ਹੁਣ ਵੀ ਮੇਰੇ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੈ। ਜੇ ਹਿਸਾਬ ਨਾਲ ਇਹਦੀ ਸ਼ਕਤੀ ਦੇ ਸੰਕੇਤ ਸ਼ੇਰਮਾਨ ਤੋਂ ਮਿਲਦੇ ਆ, ਪਰ ਅਗਰ ਯੁੱਧ ਦੇ ਵਿੱਚ ਰਘੂ ਰਾਜਾ ਮੇਰੇ ਕੋਲ ਹਾਰ ਗਿਆ ਤਾਂ ਫਿਰ ਮੈਂ ਦੁਨੀਆ ਤੋਂ ਸਭ ਤੋਂ ਸ੍ਰੇਸ਼ਟ ਰਾਜਾ ਕਹਾਊਂਗਾ। ਇਹ ਸੋਚ ਕੇ ਜਿਹੜਾ ਰਾਵਣ ਸੀਗਾ ਦੁਬਾਰਾ ਫਿਰ ਅਯੁੱਧਿਆ 'ਚ ਗਿਆ। ਜਦ ਦੁਬਾਰਾ ਅਯੁੱਧਿਆ 'ਚ ਗਿਆ ਅਤੇ ਇਹਨੇ ਫਿਰ ਜਾ ਕੇ ਰਘੂ ਦੇ ਦੀਵਾਨ ਦੇ ਵਿੱਚ ਜਿਹੜੇ ਸੀ ਰਘੂ ਰਾਜੇ ਨੂੰ ਮਿਲਣ ਦੀ ਇਜਾਜ਼ਤ ਮੰਗੀ। ਫਿਰ ਉੱਥੇ ਦੇ ਜਿਹੜੇ ਸੈਨਿਕ ਸੀਗੇ ਉਹਨਾਂ ਨੇ ਰਘੂ ਨੂੰ ਦੱਸਿਆ ਕਿ ਲੰਕਾ ਦਾ ਰਾਜਾ ਜਿਹੜਾ ਲੰਕੇਸ਼ ਹੈ ਰਾਵਣ ਉਹ ਆਪ ਜੀ ਨੂੰ ਮਿਲਣਾ ਚਾਹੁੰਦਾ ਹੈ। ਸੋ ਰਘੂ ਰਾਜੇ ਨੇ ਫਿਰ ਇਸ ਨੂੰ ਮਿਲਣ ਦੀ ਇਜਾਜ਼ਤ ਦਿੱਤੀ। ਫਿਰ ਇਸ ਦਾ ਪਹਿਲਾਂ ਕਿਹਾ ਕਿ ਤੇਰਾ ਅਯੁੱਧਿਆ ਵਿੱਚ ਆਉਣ ਦਾ ਸਵਾਗਤ ਹੈ, ਪਰ ਆਪਣਾ ਮਨੋਰਥ ਦੱਸੋ ਕਿ ਤੁਸੀਂ ਕਿਉਂ ਆਏ ਆ। ਜਦ ਰਘੂ ਨੇ ਰਾਵਣ ਨੂੰ ਪੁੱਛਿਆ ਸੀ ਅਤੇ ਫਿਰ ਰਾਵਣ ਨੇ ਇਹ ਆਖਿਆ ਸੀਗਾ ਕਿ ਮੈਂ ਆਪ ਜੀ ਦੇ ਨਾਲ ਯੁੱਧ ਕਰਨਾ ਚਾਹੁੰਦਾ ਹਾਂ। ਜਦ ਇੰਨੀ ਗੱਲ ਹੋਈ
ਤੇ ਰਘੂ ਕਹਿਣ ਲੱਗਾ ਕਿ ਬਿਨਾਂ ਕਾਰਨ ਤੋਂ ਯੁੱਧ ਕਰਨਾ ਪਹਿਲਾਂ ਠੀਕ ਨਹੀਂ ਹੁੰਦਾ। ਪਰ ਫਿਰ ਵੀ ਰਾਵਣ ਕਹਿਣ ਲੱਗਾ ਕਿ ਮੈਂ ਵੀ ਯੋਧਾ, ਤੁਸੀਂ ਵੀ ਯੋਧੇ ਆ, ਤੇ ਯੋਧਾ ਯੋਧੇ ਨਾਲ ਯੁੱਧ ਕਰਕੇ ਇੱਕ ਦੂਸਰੇ ਨੂੰ ਪਰਖ ਲਵੇ ਤਾਂ ਚੰਗੀ ਗੱਲ ਹੀ ਆ। ਜਦ ਰਾਵਣ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਦਲੀਲਾਂ ਸੀ ਰਘੂ ਦੇ ਨਾਲ ਕੀਤੀਆਂ, ਤੇ ਫਿਰ ਰਘੂ ਕਹਿਣ ਲੱਗਾ ਠੀਕ ਆ ਕਿ ਅਗਰ ਤੇਰੇ ਮਨ ਦੇ ਵਿੱਚ ਮੇਰੇ ਨਾਲ ਯੁੱਧ ਕਰਨ ਦੀ ਇੱਛਾ ਹੈ, ਚਾਹਤ ਹੈ, ਤੂੰ ਮੈਨੂੰ ਆਪਣਾ ਪਰਿਚੈ ਦੇ ਕਿ ਤੇਰੀ ਜਾਤ ਕਿਹੜੀ ਆ, ਤੇਰੀ ਕੁੱਲ ਕਿਹੜੀ ਆ। ਜਦ ਇੰਨੀ ਗੱਲ ਹੋਈ ਸੀ ਫਿਰ ਰਾਵਣ ਨੇ ਦੱਸਿਆ ਸੀਗਾ ਕਿ ਮੈਂ ਬ੍ਰਾਹਮਣ ਕੁੱਲ ਦਾ ਹੈ। ਜਦ ਬ੍ਰਾਹਮਣ ਕੁੱਲ ਦੱਸੀ ਤਾਂ ਰਘੂ ਕਹਿਣ ਲੱਗਾ ਕਿ ਵੇਦ ਸ਼ਾਸਤਰਾਂ ਦੇ ਹਿਸਾਬ ਨਾਲ ਬ੍ਰਾਹਮਣ ਨਾਲ ਕਦੀ ਯੁੱਧ ਨਹੀਂ ਕਰਦਾ, ਇਸ ਕਰਕੇ ਮੈਂ ਤੇਰੇ ਨਾਲ ਯੁੱਧ ਨਹੀਂ ਕਰ ਸਕਦਾ, ਯੁੱਧ ਦਾ ਤੇਰਾ ਪ੍ਰਸਤਾਵ ਜਿਹੜਾ ਹੈ ਨਾ ਮੈਂ ਨਹੀਂ ਮੰਨ ਸਕਦਾ। ਜਦ ਇੰਨੀ ਗੱਲ ਹੋਈ ਸੀ ਤਾਂ ਫਿਰ ਰਾਵਣ ਜਿਹੜਾ ਸੀ ਉਹ ਚੁੱਪ ਕਰ ਗਿਆ। ਜਦ ਚੁੱਪ ਕਰ ਗਿਆ ਤਾਂ ਫਿਰ ਰਾਵਣ ਨੇ ਆਪਣੀ ਲੰਕਾ ਦਾ ਜਿਹੜਾ ਵਿਸਥਾਰ ਸੀਗਾ ਉਹ ਰਘੂ ਨੂੰ ਦੱਸਿਆ ਕਿ ਆਪ ਤੁਸੀਂ ਜਾਣਦੇ ਨਹੀਂ ਕਿ ਮੈਂ ਕਿੱਡਾ ਸ਼ਕਤੀਸ਼ਾਲੀ ਰਾਜਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਰਘੂ ਕਹਿਣ ਲੱਗਾ ਕਿ ਮੈਨੂੰ ਤੇਰੇ ਰਾਜ ਬਾਰੇ ਸਾਰਾ ਕੁਝ ਪਤਾ ਹੈ ਕਿ ਤੂੰ ਕਿੱਡਾ ਸ਼ਕਤੀਸ਼ਾਲੀ। ਜਦ ਰਘੂ ਨੇ ਰਾਵਣ ਨੂੰ ਇਹ ਗੱਲ ਦੱਸੀ ਸੀ ਤਾਂ ਰਾਵਣ ਹੈਰਾਨ ਹੋ ਗਿਆ ਤੇ ਰਘੂ ਨੂੰ ਪੁੱਛਣ ਲੱਗਾ ਕਿ ਤੁਹਾਨੂੰ ਅਯੁੱਧਿਆ 'ਚ ਬੈਠਣ ਨੂੰ ਕਿਵੇਂ ਪਤਾ ਕਿ ਮੈਂ ਐਡਾ ਸ਼ਕਤੀਸ਼ਾਲੀ ਰਾਜਾ। ਫਿਰ ਰਘੂ ਨੇ ਰਾਵਣ ਦੀ ਤਸੱਲੀ ਦੇ ਵਾਸਤੇ ਜ਼ਮੀਨ ਦੇ ਉੱਤੇ ਪੂਰੀ ਲੰਕਾ ਦਾ ਜਿਹੜਾ ਨਕਸ਼ਾ ਸੀਗਾ ਰਘੂ ਦੇ ਸਾਹਮਣੇ ਥੱਲੇ ਲੀਕਾਂ ਮਾਰ ਕੇ ਦਿਖਾਤਾ ਸੀ। ਜਦ ਲੀਕਾਂ ਮਾਰ ਕੇ ਨਕਸ਼ਾ ਦਿਖਾਇਆ ਤਾਂ ਰਾਵਣ ਹੈਰਾਨ ਰਹਿ ਗਿਆ। ਕੱਲੀ ਕੱਲੀ ਚੀਜ਼ ਰਘੂ ਨੇ ਉਸ ਨਕਸ਼ੇ ਦੇ ਵਿੱਚ ਰਾਵਣ ਨੂੰ ਦੱਸ ਦਿੱਤੀ ਕਿ ਇਸ ਜਗ੍ਹਾ ਤੇਰਾ ਆਹ ਹੈ, ਇਸ ਜਗ੍ਹਾ ਤੇਰਾ ਆਹ ਹੈ, ਇਸ ਜਗ੍ਹਾ ਤੇਰੀਆਂ ਫੌਜਾਂ, ਇਸ ਜਗ੍ਹਾ ਤੇਰੇ ਹਥਿਆਰ ਵਾ, ਇਸ ਜਗ੍ਹਾ ਤੇਰਾ ਮਹਿਲ ਹੈ, ਇਸ ਜਗ੍ਹਾ ਤੇਰੇ ਸੌਣ ਦੇ ਕੰਮ ਆ, ਇਸ ਜਗ੍ਹਾ ਤੇਰੇ ਬਾਗ ਬਗੀਚੇ ਆ। ਜਦ ਸਾਰੀ ਚੀਜ਼ ਜਿਹੜੀ ਦਿਖਾਲੀ ਸੀ ਤੇ ਰਾਵਣ ਹੱਕਾ ਬੱਕਾ ਹੋ ਗਿਆ ਕਿ ਰਘੂ ਨੇ ਇੱਥੇ ਬੈਠਿਆ ਹੀ ਸਾਰੀ ਲੰਕਾ ਦੀ ਛਾਣਬੀਣ ਜਿਹੜੀ ਸੀ ਉਹ ਆਪਣੀ ਦਿਵ ਦ੍ਰਿਸ਼ਟੀ ਦੇ ਨਾਲ ਕਰਕੇ ਤੇ ਨਕਸ਼ਾ ਬਣਾ ਕੇ ਮੈਨੂੰ ਦਿਖਾ ਦਿੱਤੀ ਆ। ਪਰ ਫਿਰ ਵੀ ਫਿਰ ਰਾਵਣ ਨੇ ਆਖਿਆ ਸੀਗਾ ਕਿ ਠੀਕ ਆ, ਮੈਂ ਜਾਣ ਗਿਆ ਹੈ ਕਿ ਤੁਸੀਂ ਮੇਰੀ ਲੰਕਾ ਦੀ ਜਿਹੜੀ ਆ ਉਹ ਇੱਕ ਚੀਜ਼ ਨੂੰ ਇੱਥੇ ਦੱਸ ਸਕਦੇ ਆ, ਪਰ ਤੁਸੀਂ ਇਹ ਵੀ ਜਾਣ ਲਓ ਕਿ ਮੇਰੀ ਲੰਕਾ ਐਡੀ ਮਜ਼ਬੂਤ ਹੈ ਕਿ ਪੂਰੀ ਸੋਨੇ ਦੀ ਬਣੀ ਆ, ਇਸ ਕਰਕੇ ਮੇਰੀ ਲੰਕਾ ਨੂੰ ਕੋਈ ਵੀ ਆਦਮੀ ਜਿਹੜਾ ਤੋੜ ਨਹੀਂ ਸਕਦਾ, ਭੰਨ ਨਹੀਂ ਸਕਦਾ। ਜਦ ਇੰਨੀ ਗੱਲ ਹੋਈ ਸੀ ਤਾਂ ਫਿਰ ਰਘੂ ਰਾਜੇ ਨੇ ਰਾਵਣ ਨੂੰ ਆਖਿਆ ਸੀਗਾ, ਕਹਿੰਦੇ ਵੀ ਇਹ ਵੀ ਤੇਰੇ ਮਨ ਦਾ ਵਹਿਮ ਹੈਗਾ, ਤੇਰੀ ਲੰਕਾ ਕਿੱਡੀ ਸ਼ਕਤੀਸ਼ਾਲੀ ਹੈ ਤੇਰੇ ਸਾਹਮਣੇ ਮੈਂ ਹੁਣੇ ਦੱਸ ਦਿੰਦਾ। ਇਹ ਕਹਿ ਕੇ ਰਘੂ ਰਾਜੇ ਨੇ ਇੱਕ ਪਾਸੇ ਜਿੱਥੇ ਡਰੈਂਗ ਦੇ ਉੱਤੇ ਲੰਕਾ ਦੀਆਂ ਲੀਕਾਂ ਬਣਾਈਆਂ ਸੀਗੀਆਂ ਉਸ ਲਕੀਰਾਂ ਨੂੰ ਆਪਣਾ ਹੱਥ ਮਾਰ ਕੇ ਜਦ ਇੱਕ ਪਾਸੇ ਥੋੜ੍ਹਾ ਜਿਹਾ ਮਟਿਆ ਤੇ ਮਟੇ ਕੇ ਜਿਹੜਾ ਸੀਗਾ ਫਿਰ ਉਹ ਰਾਵਣ ਨੂੰ ਕਹਿਤਾ, ਕਹਿੰਦਾ ਜਾ ਕੇ ਦੇਖ ਇੱਥੇ ਮੈਂ ਬੈਠਿਆ, ਇਸ ਡਰੈਂਗ ਦੀਆਂ ਲੀਕਾਂ ਨੂੰ ਮਟਾਤਾ, ਸਮਝ ਲਾ ਓਨੀ ਤੇਰੀ ਜਿਹੜੀ ਲੰਕਾ ਜਿੰਨੀਆਂ ਲੀਕਾਂ ਮਟਾਈਆਂ ਉਹ ਸਾਰਾ ਜਿਹੜਾ ਏਰੀਆ ਤੇਰੇ ਇਲਾਕੇ ਦੇ ਵਿੱਚ ਤਹਿਸ ਨਹਿਸ ਹੋ ਗਿਆ ਹੈ। ਜਦ ਇਹ ਗੱਲ ਹੋਈ ਸੀ ਫਿਰ ਜਿਹੜਾ ਰਾਵਣ ਸੀ ਇਹ ਆਪਣੇ ਮਨ ਦੀ ਤਸੱਲੀ ਵਾਸਤੇ ਜਦ ਦੁਬਾਰਾ ਫਿਰ ਲੰਕਾ ਗਿਆ ਤੇ ਦੇਖਿਆ ਵਾਕਿਆ ਜਿਸ ਜਗ੍ਹਾ ਰਘੂ ਨੇ ਜਿਸ ਡਰੈਂਗ ਦੇ ਉੱਪਰ ਜਿਸ ਨਕਸ਼ੇ ਦੇ ਉੱਪਰ ਲੀਕਾਂ ਮਟਾਈਆਂ ਸੀ ਉਹ ਸਾਰਾ ਇਲਾਕਾ ਜਿਹੜਾ ਸੀ ਉਹ ਢਹਿ ਢੇਰੀ ਉਹ ਲੰਕਾ ਦਾ ਹੋਇਆ ਪਿਆ ਸੀ। ਤੇ ਫਿਰ ਜਿਹੜਾ ਰਾਵਣ ਸੀ ਉਹ ਮਜਬੂਰ ਹੋ ਗਿਆ ਕਿ ਰਘੂ ਦੇ ਵਿੱਚ ਐਡੀ ਭਾਰੀ ਸ਼ਕਤੀ ਆ ਤੇ ਇਸ ਨੂੰ ਮੈਂ ਕਿਸੇ ਵੀ ਤਰੀਕੇ ਨਾਲ ਹਰਾ ਨਹੀਂ ਸਕਦਾ, ਕੋਈ ਐਸਾ ਤਰੀਕਾ ਲੱਭਾਂ ਜਿਹਦੇ ਨਾਲ ਰਘੂ ਜਿਹੜਾ ਹੈ ਨਾ ਉਹ ਮੇਰੀ ਈਨ ਮੰਨ ਲਵੇ। ਇਹ ਜਿਹੜੀ ਫਿਰ ਗੱਲ ਸੀ ਰਾਵਣ ਦਿਨ ਰਾਤ ਸੋਚਦਾ ਰਿਹਾ, ਸੋਚਦਾ ਫਿਰ ਉਹਦੇ ਮਨ ਦੇ ਵਿੱਚ ਇਹ ਆਇਆ ਕਿ ਰਘੂ ਰਾਜੇ ਨੂੰ ਕਿਸੇ ਵੀ ਤਰਤੀਬ ਦੇ ਨਾਲ ਹਰਾਇਆ ਨਹੀਂ ਜਾ ਸਕਦਾ। ਹਾਂ, ਇੱਕ ਚੀਜ਼ ਐਸੀ ਹੈ ਜਿਹਦੇ ਨਾਲ ਰਘੂ ਨੂੰ ਹਰਾਉਣ ਦੇ ਵਿੱਚ ਸ਼ਾਇਦ ਮੈਨੂੰ ਸਫਲਤਾ ਪ੍ਰਾਪਤ ਹੋਵੇ ਤੇ ਉਹ ਕੀ ਆ, ਉਹ ਹੈ ਰਾਵਣ ਦੀ ਚਤੁਰਾਈ। ਕਿਉਂਕਿ ਰਾਵਣ ਦੇ ਅੰਦਰ ਚੁਸਤ ਲੈ ਕੇ ਐਡੀ ਭਾਰੀ ਸੀ ਵੀ ਕਿ ਉਹ ਆਪਣੀ ਚਤੁਰਾਈ ਦੇ ਨਾਲ ਦੇਖੋ ਵੱਡਿਆਂ ਨੂੰ ਮੂਰਖ ਜਿਹੜਾ ਸੀ ਆਸਾਨੀ ਨਾਲ ਬਣਾ ਸਕਦਾ ਸੀ। ਸੋ ਇਹ ਆਪਣੀ ਚਤੁਰਾਈ ਨੂੰ ਵੀ ਇੱਥੇ ਵਰਤਣ ਵਾਸਤੇ ਦੁਬਾਰਾ ਫਿਰ ਜਿਹੜਾ ਸੀਗਾ ਉਹ ਅਯੁੱਧਿਆ ਪਹੁੰਚਿਆ। ਜਦ ਅਯੁੱਧਿਆ ਪਹੁੰਚਿਆ ਤੇ ਇਹਨੇ ਉਸ ਸਮੇਂ ਦਾ ਜਿਹੜਾ ਹਿਸਾਬ ਕਿਤਾਬ ਆਪਣੀ ਚਤੁਰਾਈ ਨਾਲ ਲਾਇਆ ਕਿ ਮੈਨੂੰ ਉਹ ਸਮੇਂ ਦਾ ਪਤਾ ਲੱਗੇ ਕਿ ਰਘੂ ਰਾਜਾ ਆਪਣੀ ਜਿਹੜੀ ਪਟਰਾਣੀ ਹੈਗੀ ਆ ਉਸ ਤੋਂ ਕਿਹੜੇ ਵਕਤ ਜੁਦਾ ਹੁੰਦਾ। ਫਿਰ ਇਹਨੇ ਦੇਖਿਆ ਹੈਗਾ ਕਿ ਜਦੋਂ ਅੰਮ੍ਰਿਤ ਵੇਲਾ ਹੁੰਦਾ ਉਸ ਟਾਈਮ ਰਘੂ ਰਾਜਾ ਨਦੀ 'ਚ ਇਸ਼ਨਾਨ ਕਰਨ ਜਾਂਦਾ, ਉਸ ਟਾਈਮ ਇਹਦੀ ਪਟਰਾਣੀ ਕੱਲੀ ਮਹਿਲ ਦੇ ਵਿੱਚ ਹੁੰਦੀ ਆ। ਇਹ ਸੋਚ ਕੇ ਫਿਰ ਰਾਵਣ ਨੂੰ ਮੌਕਾ ਮਿਲ ਗਿਆ। ਇਹਨੇ ਕੀ ਕੀਤਾ, ਆਪਣੀ ਚੋਖ ਚਲਾਕੀ ਦੇ ਨਾਲ ਜਦੋਂ ਰਘੂ ਰਾਜਾ ਦੂਸਰੇ ਦਿਨ ਨਦੀ 'ਚ ਇਸ਼ਨਾਨ ਕਰਨ ਗਿਆ ਤੇ ਰਾਵਣ ਨੇ ਰਘੂ ਦਾ ਰੂਪ ਜਿਹੜਾ ਸੀਗਾ ਉਹ ਧਾਰਨ ਕਰ ਲਿਆ। ਜਦ ਰਘੂ ਦਾ ਰੂਪ ਧਾਰਨ ਕਰਕੇ ਰਘੂ ਬਣ ਕੇ ਇਹ ਰਾਵਣ ਜਦ ਉਸ ਪਟਰਾਣੀ ਦੇ ਮਹਿਲ ਦੇ ਵਿੱਚ ਦਾਖਲ ਹੋਇਆ ਤੇ ਮਹਿਲ ਦੇ ਵਿੱਚ ਜਿੰਨੀਆਂ ਵੀ ਦਾਸੀਆਂ ਗੋਲੀਆਂ ਸੀ ਉਹ ਰਾਵਣ ਨੂੰ ਪਛਾਣ ਨਹੀਂ ਸਕੀਆਂ। ਉਹਨੇ ਸਮਝਿਆ ਵੀ ਇਹ ਤਾਂ ਰਘੂ ਰਾਜਾ ਹੀ ਹੈ। ਸੋ ਸਾਰੀਆਂ ਦਾਸੀਆਂ ਰਾਣੀਆਂ ਨੇ ਜਿਹੜੀ ਸੀਗੇ ਰਾਵਣ ਨੂੰ ਨਮਸਕਾਰ ਕੀਤੀ ਤੇ ਰਾਵਣ ਸਿੱਧਾ ਜਿਹੜਾ ਸੀਗਾ ਇਹਦੀ ਪਟਰਾਣੀ ਦੇ ਕਮਰੇ ਚਲੇ ਗਿਆ। ਜਦੋਂ ਰਘੂ ਦੀ ਜਿਹੜੀ ਘਰ ਵਾਲੀ ਪਟਰਾਣੀ ਸੀ ਉਹਦੇ ਕਮਰੇ 'ਚ ਦਾਖਲ ਹੋਇਆ, ਪਰ ਰਾਵਣ ਇਹ ਨਹੀਂ ਸੀ ਜਾਣਦਾ ਕਿ ਰਘੂ ਦੀ ਜਿਹੜੀ ਪਟਰਾਣੀ ਆ ਜਿੱਡਾ ਭਾਰੀ ਰਘੂ ਰਾਜਾ ਸ਼ਕਤੀਸ਼ਾਲੀ ਆ ਉਸ ਤਰ੍ਹਾਂ ਹੀ ਇਹਦੀ ਪਟਰਾਣੀ ਸ਼ਕਤੀਸ਼ਾਲੀ, ਕਿਉਂਕਿ ਉਹ ਸਤੀ ਸਵਿਤਰੀ ਨਾਰੀ ਸੀ। ਆਪਣੇ ਪਤੀ ਦੀ ਸੇਵਾ ਦੇ ਵਿੱਚ ਦਿਨ ਰਾਤ ਤਤਪਰ ਰਹਿੰਦੀ ਸੀ, ਪਤੀ ਨੂੰ ਭਗਵਾਨ ਮੰਨ ਕੇ ਤੇ ਉਹਦੀ ਸੇਵਾ ਕਰਦੀ ਸੀ। ਪਰ ਜਿਉਂ ਹੀ ਰਾਵਣ ਜਿਹੜਾ ਸੀਗਾ ਇਸ ਦੇ ਕਕਸ਼ ਦੇ ਵਿੱਚ ਦਾਖਲ ਹੋਇਆ ਤੇ ਰਘੂ ਦੀ ਘਰਵਾਲੀ ਨੇ ਉਸੇ ਟਾਈਮ ਜਿਹੜਾ ਸੀ
ਉਹ ਰਾਵਣ ਨੂੰ ਰਘੂ ਦੇ ਰੂਪ ਦੇ ਵਿੱਚ ਪਛਾਣ ਲਿਆ ਤਾਂ ਇੱਕਦਮ ਉਹ ਉੱਠ ਕੇ ਹੈ ਨਾ ਆਪਣੀ ਸੇਜਾ ਤੋਂ ਬਾਹਰ ਜਿਹੜੀ ਸੀ ਉਹ ਖੜੀ ਹੋਈ, ਅਤੇ ਖੜੀ ਹੋ ਕੇ ਰਾਵਣ ਨੂੰ ਦੇਖਦੇ ਸਾਰੀ ਕਹਿਣ ਲੱਗੀ, ਕਹਿੰਦੀ ਹੇ ਨੀਚ ਦੁਸ਼ਟ, ਤੇਰੀ ਕਿਵੇਂ ਜ਼ੁਰਤ ਹੋ ਗਈ ਕਿ ਤੂੰ ਮੇਰੇ ਪਤੀ ਦਾ ਰੂਪ ਬਣਾ ਕੇ ਮੇਰੇ ਕਮਰੇ ਵਿੱਚ ਦਾਖਲ ਹੋਵੇਂ। ਜਦ ਇੰਨੀ ਗੱਲ ਹੋਈ ਸੀ ਤਾਂ ਰਾਵਣ ਦੀ ਜਿਹੜੀ ਸਾਰੀ ਚੋਹ ਚਲਾਕੀ ਸੀ ਉਹਦੇ ਮੂਹਰੇ ਫਿੱਕੀ ਪੈ ਗਈ। ਰਾਵਣ ਹੈਰਾਨ ਹੋ ਗਿਆ ਕਿ ਮੇਰੀ ਚਲਾਕੀ ਨੂੰ ਅਜੇ ਤੱਕ ਕੋਈ ਕੱਟ ਨਹੀਂ ਸਕਿਆ, ਪਰ ਇਸ ਰਘੂ ਦੀ ਪਤਨੀ ਸਤੀ ਸਵਿਤਰੀ ਨੇ ਮੈਨੂੰ ਪਛਾਣ ਲਿਆ। ਤੇ ਪਰ ਜਿਉਂ ਹੀ ਜਿਹੜੀ ਸੀ ਉਹ ਰਾਣੀ ਇਸ ਨੂੰ ਮਾਰਨ ਵਾਸਤੇ ਆਪਣਾ ਹੱਥ ਕਰਨ ਲੱਗੀ ਤਾਂ ਰਾਜਾ ਜਿਹੜਾ ਸੀਗਾ ਰਾਵਣ ਉਸੇ ਟਾਈਮ ਹੀ ਉੱਥੋਂ ਜਿਹੜਾ ਸੀਗਾ ਉਹ ਭੱਜ ਕੇ ਬਾਹਰ ਦੌੜ ਗਿਆ। ਜਦ ਦੌੜ ਗਿਆ ਤੇ ਆਪਣਾ ਬਚਾਅ ਕਰਕੇ ਲੰਕਾ 'ਚ ਪਹੁੰਚ ਗਿਆ। ਪਰ ਇੱਧਰੋਂ ਰਘੂ ਰਾਜਾ ਜਦ ਇਸ਼ਨਾਨ ਕਰਕੇ ਇਸ ਰਾਣੀ ਦੇ ਮਹਿਲ ਦੇ ਵਿੱਚ ਆਇਆ ਸੀ, ਫਿਰ ਰਾਣੀ ਨੇ ਜਿਹੜੀ ਸੀਗੀ ਇਹ ਰਾਵਣ ਦੀ ਜਿਹੜੀ ਚੋਹ ਚਲਾਕੀ ਦੀ ਸਾਰੀ ਚਤਰਾਈ ਦੀ ਸਕੀਮ ਸੀਗੀ ਇਹ ਰਘੂ ਰਾਜੇ ਨੂੰ ਆਪਣੇ ਪਤੀ ਨੂੰ ਦੱਸੀ ਸੀ, ਅਤੇ ਦੱਸਿਆ ਸੀਗਾ ਕਿਵੇਂ ਰਾਵਣ ਜਿਹੜਾ ਨੀਚ ਦੁਸ਼ਟ ਹੈਗਾ ਉਹ ਐਡੀ ਘਰਾਉਣੀ ਹਰਕਤ ਕਰਨ ਵਾਸਤੇ, ਮੇਰਾ ਸੱਤ ਭੰਗ ਕਰਨ ਵਾਸਤੇ ਆਪ ਦਾ ਰੂਪ ਲੈ ਕੇ ਮੇਰੇ ਕਮਰੇ ਦੇ ਵਿੱਚ ਦਾਖਲ ਹੋ ਗਿਆ ਸੀ। ਜਦ ਇਹ ਗੱਲ ਰਘੂ ਨੇ ਸੁਣੀ ਸੀ ਤਾਂ ਰਘੂ ਦੇ ਮਨ ਦੇ ਵਿੱਚ ਆਇਆ ਕਿ ਵਾਕਿਆ ਹੀ ਇਹ ਐਡਾ ਵੱਡਾ ਦੁਸ਼ਟ ਨੀਚ ਹੈਗਾ ਕਿ ਜਿਹੜਾ ਆਪਣੀ ਚੋਹ ਚਲਾਕੀ ਦੇ ਨਾਲ ਕਿਸੇ ਵੀ ਵਿਅਕਤੀ ਦੇ ਨਾਲ, ਕਿਸੇ ਵੀ ਨਾਰੀ ਦੇ ਨਾਲ ਐਡਾ ਵੱਡਾ ਧੋਖਾ ਕਰ ਸਕਦਾ ਹੈ। ਸੋ ਇਸ ਦਾ ਇਸ ਧਰਤੀ ਉੱਤੇ ਰਹਿਣਾ ਜਿਹੜਾ ਹੈ ਨਾ ਹੁਣ ਸਦਾ ਵਾਸਤੇ ਖ਼ਤਮ ਕਰ ਦਿੱਤਾ ਜਾਏਗਾ। ਇਹ ਸੋਚ ਕੇ ਫਿਰ ਰਘੂ ਰਾਜੇ ਨੇ ਆਪਣਾ ਧੌਣਖ ਬਾਣ ਉਠਾਇਆ। ਧੌਣਖ ਬਾਣ ਉਠਾ ਕੇ ਆਪਣੇ ਮਹਿਲ ਦੇ ਉੱਤੇ ਚੜ੍ਹ ਗਿਆ ਅਤੇ ਆਪਣੀ ਪਟਰਾਣੀ ਨੂੰ ਕਹਿਣ ਲੱਗਾ ਕਿ ਮੈਂ ਹੁਣੇ ਹੀ ਰਾਵਣ ਦਾ ਜਿਹੜਾ ਹੈ ਨਾ ਵੱਧ ਕਰਕੇ ਉਸ ਮਹਿਲ ਤੋਂ ਥੱਲੇ ਉਤਰਾਂਗਾ। ਜਦ ਇੰਨੀ ਗੱਲ ਹੋਈ ਸੀ ਤਾਂ ਉੱਪਰ ਜਾ ਕੇ ਧੌਣਖ ਬਾਣ ਲੈ ਕੇ ਰਘੂ ਰਾਜਾ ਜਦ ਮਹਿਲ 'ਤੇ ਚੜ੍ਹਿਆ ਸੀ ਅਤੇ ਇਸ ਨੇ ਉਸ ਤੀਰ ਦੇ ਉੱਤੇ ਜਿਹੜੇ ਸੀ ਆਪਣੇ ਮੰਤਰ ਪੜ੍ਹਨੇ ਸ਼ੁਰੂ ਕੀਤੇ। ਜਦ ਮੰਤਰ ਪੜ੍ਹਨੇ ਸ਼ੁਰੂ ਕੀਤੇ ਬੜੇ ਬੜੇ ਦੇਵੀ ਦੇਵਤਿਆਂ ਦੇ ਆਸਣ ਡੋਲ ਗਏ ਸੀਗੇ। ਪਰ ਉਸ ਟਾਈਮ ਜਦੋਂ ਮੰਤਰ ਇਸ ਦੇ ਰਘੂ ਰਾਜੇ ਦੇ ਤੀਰ ਦੇ ਉੱਤੇ ਪੜ੍ਹੇ ਗਏ ਸੀ ਫਿਰ ਉਸ ਟਾਈਮ ਜਿਹੜਾ ਬ੍ਰਹਮਾ ਵਿਸ਼ਨੂੰ ਮਹੇਸ਼ ਇਹਨਾਂ ਦੇ ਵੀ ਆਸਣ ਡੋਲੇ ਸੀ ਤਾਂ ਇਹਦੇ ਵਿੱਚੋਂ ਬ੍ਰਹਮਾ ਜਿਹੜਾ ਸੀਗਾ ਫਿਰ ਰਘੂ ਰਾਜੇ ਦੇ ਸਾਹਮਣੇ ਯੁੱਧ 'ਚ ਪ੍ਰਗਟ ਹੋ ਗਿਆ ਸੀ। ਜਦ ਪ੍ਰਗਟ ਹੋਇਆ ਸੀ ਅਤੇ ਫਿਰ ਬ੍ਰਹਮੇ ਨੇ ਹੈ ਨਾ ਫਿਰ ਰਘੂ ਰਾਜੇ ਦੇ ਅੱਗੇ ਜਿਹੜੀ ਸੀ ਇਹ ਅਰਜ਼ੋਈ ਕੀਤੀ ਸੀ ਕਿ ਮੈਂ ਹੈ ਨਾ ਰਾਵਣ ਨੂੰ ਜਿਹੜਾ ਹੈਗਾ ਉਹ ਬਹੁਤ ਲੰਬਾ ਵਰ ਦਿੱਤਾ ਹੈਗਾ ਕਿ ਤੂੰ ਇੰਨੇ ਸਾਲ ਜੀਊਂਗਾ, ਪਰ ਤੁਸੀਂ ਇਸ ਤੀਰ ਦੇ ਉੱਤੇ ਮੰਤਰ ਪੜ੍ਹ ਕੇ ਰਾਵਣ ਦਾ ਵੱਧ ਕਰਨ ਲੱਗੇ ਆ ਅਤੇ ਮੈਂ ਇਹ ਜਾਣਦਾ ਵੀ ਤੁਹਾਡੇ ਜਿਹੜੇ ਪੜ੍ਹੇ ਹੋਏ ਮੰਤਰ ਤੀਰ ਦੇ ਉੱਤੇ ਆ ਇਹ ਅਮੋਘ ਹੈਗੇ ਆ, ਤੁਹਾਡਾ ਤੀਰ ਕਦੀ ਖਾਲੀ ਨਹੀਂ ਜਾਊਗਾ। ਅਗਰ ਹੁਣ ਰਾਵਣ ਮਰ ਗਿਆ ਹੈ ਤਾਂ ਫਿਰ ਮੇਰਾ ਜਿਹੜਾ ਵਰਦਾਨ ਦਿੱਤਾ ਉਹਦਾ ਕੀ ਹੋਊਗਾ। ਜਦ ਬ੍ਰਹਮਾ ਨੇ ਰਘੂ ਰਾਜੇ ਦੇ ਅੱਗੇ ਇਹ ਪ੍ਰਾਰਥਨਾ ਦੇ ਵਿੱਚ ਪ੍ਰਸ਼ਨ ਕੀਤਾ ਸੀ ਅਤੇ ਫਿਰ ਰਘੂ ਰਾਜਾ ਕਹਿਣ ਲੱਗਾ, ਕਹਿੰਦਾ ਵੀ ਮੈਂ ਤਾਂ ਹੁਣ ਇਸ ਤੀਰ ਦੇ ਉੱਤੇ ਰਾਵਣ ਨੂੰ ਮਾਰਨ ਵਾਸਤੇ ਸਾਰੇ ਮੰਤਰ ਪੜ੍ਹ ਚੁੱਕਾ ਹੈਗਾ। ਸੋ ਇਹ ਜਿਹੜਾ ਬਾਣ ਹੈਗਾ ਹੁਣ ਰਾਵਣ ਦਾ ਕਾਲ ਬਾਣ ਬਣ ਗਿਆ ਹੈਗਾ। ਸੋ ਇਸ ਕਰਕੇ ਇਸ ਹੁਣ ਬਾਣ ਦਾ ਕੀ ਕੀਤਾ ਜਾਵੇ। ਜਦ ਇੰਨੀ ਗੱਲ ਹੋਈ ਸੀ ਤਾਂ ਫਿਰ ਬ੍ਰਹਮਾ ਨੇ ਰਘੂ ਨੂੰ ਇਹ ਵਿਸ਼ਵਾਸ ਦਿਵਾਇਆ ਸੀਗਾ ਕਿ ਇਹ ਜਿਹੜਾ ਬਾਣ ਆ ਤੁਸੀਂ ਮੈਨੂੰ ਦੇ ਦਿਓ, ਇਹ ਬਾਣ ਜਿਹੜਾ ਹੈ ਨਾ ਮੇਰੇ ਸੇਫ ਦੇ ਵਿੱਚ ਰਹੇਗਾ, ਕਿਉਂਕਿ ਮੈਂ ਇਹ ਕਹਿੰਦਾ ਹਾਂ ਕਿ ਇਸੇ ਹੀ ਤੁਹਾਡੇ ਪੜ੍ਹੇ ਹੋਏ ਬਾਣ ਨਾਲ ਇੱਕ ਦਿਨ ਐਸਾ ਦਿਨ ਆਊਗਾ ਜਦੋਂ ਰਾਵਣ ਦੀ ਜਿਹੜੀ ਮੌਤ ਹੈ ਇਸੇ ਹੀ ਬਾਣ ਦੇ ਨਾਲ, ਇਸੇ ਹੀ ਤੀਰ ਦੇ ਨਾਲ ਹੋਊਗੀ। ਸੋ ਇਹ ਜਿਹੜਾ ਬਾਣ ਸੀਗਾ ਫਿਰ ਬ੍ਰਹਮਾ ਜਿਹੜਾ ਸੀਗਾ ਆਪਣੇ ਲੋਕ ਬ੍ਰਾਹਮਣ ਰੋਗ ਦੇ ਵਿੱਚੋਂ ਰਘੂ ਰਾਜੇ ਤੋਂ ਮੰਗ ਕੇ ਲੈ ਗਿਆ ਸੀ। ਜਦ ਰਾਜੇ ਤੋਂ ਮੰਗ ਕੇ ਲੈ ਗਿਆ ਸੀਗਾ ਪਰ ਇਸ ਗੱਲ ਦੀ ਜਿਹੜੀ ਭਿਣਕ ਸੀਗੀ ਉਹ ਰਾਵਣ ਤੱਕ ਵੀ ਪਹੁੰਚ ਗਈ ਸੀ ਕਿ ਰਘੂ ਰਾਜੇ ਨੇ ਮੈਨੂੰ ਮਾਰਨ ਵਾਸਤੇ ਕਿਵੇਂ ਇੱਕ ਅਮੋਘ ਬਾਣ ਤਿਆਰ ਕੀਤਾ ਅਤੇ ਉਹ ਬਾਣ ਮੇਰਾ ਕਾਲ ਰੂਪ ਬਣ ਕੇ ਅਤੇ ਇਸ ਟਾਈਮ ਬ੍ਰਹਮਾ ਲੋਕ ਦੇ ਵਿੱਚ ਉਹ ਬ੍ਰਹਮਾ ਜੀ ਦੇ ਪਾਸ ਜਿਹੜਾ ਹੈ ਨਾ ਉਹ ਸੁਰੱਖਿਅਤ ਪਿਆ ਹੈ। ਫਿਰ ਰਾਵਣ ਨੇ ਮਨ 'ਚ ਸੋਚਿਆ ਕਿ ਕਿਉਂ ਨਾ ਹੋਵੇ ਇਹ ਜਿਹੜਾ ਬਾਣ ਰਘੂ ਰਾਜੇ ਨੇ ਮੈਨੂੰ ਮਾਰਨ ਵਾਸਤੇ ਤਿਆਰ ਕੀਤਾ ਹੈਗਾ ਇਸ ਬਾਣ ਨੂੰ ਮੈਂ ਹਾਸਲ ਕਰਾਂ। ਇਹ ਸੋਚ ਕੇ ਫਿਰ ਰਾਵਣ ਨੇ ਜਿਹੜਾ ਸੀਗਾ ਉਸ ਟਾਈਮ ਫਿਰ ਬ੍ਰਹਮਾ ਦੀ ਬਹੁਤ ਭਾਰੀ ਤਪੱਸਿਆ ਕੀਤੀ। ਜਦ ਤਪੱਸਿਆ ਕੀਤੀ ਤਾਂ ਆਪਣੇ ਇੱਥੋਂ ਤੱਕ ਜਿਹੜੇ 10 ਸਿਰ ਵੀ ਜਿਹੜੇ ਸੀ ਉਹ ਕੱਟ ਕੇ ਬ੍ਰਹਮਾ ਦੇ ਅੱਗੇ ਰੱਖ ਦਿੱਤੇ ਸੀ। ਜਦ ਸਿਰ ਬ੍ਰਹਮਾ ਦੇ ਅੱਗੇ ਜਿਹੜੇ ਸੀ 10 ਸਿਰ ਕੱਟੇ ਸੀ ਤਾਂ ਫਿਰ ਬ੍ਰਹਮਾ ਖੁਸ਼ ਹੋਇਆ ਸੀ ਤਾਂ ਉਹਨੇ ਫਿਰ ਰਾਵਣ ਨੂੰ ਕਿਹਾ ਸੀ ਕਿ ਦੱਸ ਕੀ ਚਾਹੁੰਦਾ ਹੈ। ਫਿਰ ਰਾਵਣ ਨੇ ਕਿਹਾ ਸੀਗਾ ਕਿ ਜਿਹੜਾ ਬਾਣ ਰਘੂ ਨੇ ਮੈਨੂੰ ਮਾਰਨ ਵਾਸਤੇ ਆਪ ਜੀ ਦੇ ਪਾਸ ਦਿੱਤਾ ਸੀਗਾ ਅਤੇ ਆਪ ਜੀ ਦੇ ਪਾਸ ਸੁਰੱਖਿਅਤ ਪਿਆ ਹੈ, ਇਹ ਬਾਣ ਮੈਨੂੰ ਤੁਸੀਂ ਸੌਂਪ ਦਿਓ, ਬਸ ਮੈਂ ਇਹੋ ਹੀ ਚਾਹੁੰਦਾ। ਜਦ ਇੰਨੀ ਗੱਲ ਹੋਈ ਸੀ ਫਿਰ ਬ੍ਰਹਮਾ ਮਜਬੂਰ ਹੋ ਗਿਆ ਸੀ ਕਿਉਂਕਿ ਰਾਵਣ ਨੂੰ ਫਿਰ ਉਹ ਜਿਹੜਾ ਬਾਣ ਸੀਗਾ ਉਹ ਬ੍ਰਹਮਾ ਨੂੰ ਦੇਣਾ ਹੀ ਪੈ ਗਿਆ ਅਤੇ ਰਾਵਣ ਜਿਹੜਾ ਆਪਣੀ ਤਪੱਸਿਆ ਕਰਕੇ ਉਹ ਜਿਹੜਾ ਬਾਣ ਸੀਗਾ ਫਿਰ ਲੈ ਆਇਆ ਸੀ। ਹੁਣ ਜਦੋਂ ਰਾਵਣ ਜਿਹੜਾ ਸੀਗਾ ਉਹ ਬਾਣ ਲੈ ਕੇ ਆਇਆ ਜਿਹੜਾ ਰਘੂ ਨੇ ਤਿਆਰ ਕੀਤਾ ਸੀਗਾ ਅਤੇ ਉਸੇ ਹੀ ਬਾਣ ਨੂੰ ਜਿਹੜਾ ਹੈ ਨਾ ਉਹ ਕਾਲ ਆਖਦੇ ਕਿ ਉਹ ਰਾਵਣ ਦਾ ਕਾਲ ਸੀਗਾ। ਸੋ ਰਾਵਣ ਨੇ ਸੋਚਿਆ ਕਿ ਉਸੇ ਐਸੀ ਜਗ੍ਹਾ ਰੱਖਾਂ ਜਿੱਥੇ ਇਹ ਬਾਣ ਹਮੇਸ਼ਾ ਸੇਫ ਰਹੇ, ਕਿਸੇ ਨੂੰ ਪਤਾ ਨਾ ਲੱਗੇ।
ਇਹ ਸੋਚ ਕੇ ਫਿਰ ਰਾਵਣ ਨੇ ਕੀ ਕੀਤਾ, ਇੱਕ ਬੜਾ ਸੁੰਦਰ ਪਲੰਘ ਆਪਣੀ ਸਿੱਜਾ ਦਾ ਤਿਆਰ ਕਰਾਇਆ ਅਤੇ ਉਸ ਪਲੰਘ ਦੇ ਇੱਕ ਪਾਵੇ ਦੇ ਵਿੱਚ ਇਹ ਜਿਹੜਾ ਬਾਣ ਕਾਲ ਰੂਪ ਸੀਗਾ ਇਸ ਨੂੰ ਉਸ ਪਾਵੇ ਦੇ ਅੰਦਰ ਰੱਖ ਦਿੱਤਾ ਅਤੇ ਉੱਤੇ ਜਿਹੜਾ ਪਾਵਾ ਜਿਹੜਾ ਸੀਗਾ ਉਹ ਸਾਰਾ ਸੋਨੇ ਦਾ ਮੜ ਦਿੱਤਾ, ਕਿਸੇ ਨੂੰ ਇਹਦੀ ਭਿਣਕ ਤੱਕ ਨਹੀਂ ਲੱਗਣ ਦਿੱਤੀ ਰਾਵਣ ਨੇ। ਸੋ ਇਸ ਤਰ੍ਹਾਂ ਰਾਵਣ ਨੇ ਕਿ ਉਹ ਜਿਹੜਾ ਬਾਣ ਬ੍ਰਹਮਾ ਤੋਂ ਕਾਲ ਰੂਪ ਲਿਆਂਦਾ ਸੀਗਾ ਉਸ ਨੂੰ ਆਪਣੇ ਪਾਵੇ ਵਿੱਚ ਰੱਖ ਕੇ ਸਦਾ ਵਾਸਤੇ ਸੁਰੱਖਿਅਤ ਕਰ ਲਿਆ ਸੀਗਾ। ਹੁਣ ਇਸ ਗੱਲ ਦੀ ਕਿਸੇ ਨੂੰ ਖਬਰ ਨਹੀਂ ਸੀ, ਪਰ ਸਮਾਂ ਜਿਹੜਾ ਸੀਗਾ ਉਹ ਰਘੂਕੁਲ ਰੀਤ ਦਾ ਅੱਗੇ ਤੋਂ ਅੱਗੇ ਚੱਲਦਾ ਗਿਆ। ਜਦੋਂ ਭਗਵਾਨ ਰਾਮ ਚੰਦਰ ਜੀ ਆਏ ਆ, ਫਿਰ ਜਦ ਰਾਵਣ ਦੇ ਨਾਲ ਯੁੱਧ ਹੋਇਆ ਸੀਗਾ, ਉਸ ਯੁੱਧ ਦੇ ਅਖੀਰ ਦੇ ਵਿੱਚ ਫਿਰ ਭਗਵਾਨ ਰਾਮ ਚੰਦਰ ਨੇ ਬਹੁਤ ਬਾਣ ਚਲਾਏ ਸੀ, ਪਰ ਜਿੰਨੇ ਵੀ ਬਾਣ ਰਾਵਣ 'ਤੇ ਚਲਾਏ ਗਏ ਸਾਰੇ ਬੇਅਰਥ ਸਿੱਧ ਹੋਏ, ਕਿਉਂਕਿ ਰਾਵਣ ਦੀ ਮੌਤ ਕਿਸੇ ਵੀ ਬਾਣ ਦੇ ਨਾਲ ਨਹੀਂ ਸੀ ਹੁੰਦੀ। ਜਦੋਂ ਭਗਵਾਨ ਰਾਮ ਚੰਦਰ ਜੀ ਦੇ ਚਲਾਏ ਹੋਏ ਤੀਰਾਂ ਦੇ ਨਾਲ ਰਾਵਣ ਦੀ ਮੌਤ ਨਾ ਹੋਈ ਤਾਂ ਫਿਰ ਭਗਵਾਨ ਰਾਮ ਚੰਦਰ ਜੀ ਕਹਿਣ ਲੱਗੇ ਕਿ ਕਹਿੰਦੇ ਭਾਈ ਇਸ ਦੀ ਜਿਹੜੀ ਮੌਤ ਹੁੰਦੀ ਨਹੀਂ, ਜਿੰਨੇ ਵੀ ਮੈਂ ਤੀਰ ਮਾਰਦਾ ਹੈਗਾ ਤਾਂ ਰਾਵਣ ਦੇ ਉੱਤੇ ਮੇਰਾ ਕੋਈ ਤੀਰ ਅਸਰ ਨਹੀਂ ਕਰਦਾ। ਜੇ ਮੈਂ ਸਿਰ ਕੱਟਦਾ ਉਹਦੇ ਸਿਰ ਦੁਬਾਰਾ ਜੁੜ ਜਾਂਦੀ, ਜੇ ਬਾਂਹ ਕੱਟਦਾ ਦੁਬਾਰਾ ਬਾਂਹ ਆ ਜਾਂਦੀ ਆ, ਅਤੇ ਰਾਵਣ ਜਿਹੜਾ ਉਹ ਮਰਦਾ ਨਹੀਂ। ਅਤੇ ਇਹਦਾ ਕਾਰਨ ਕੀ ਆ? ਜਦ ਇੰਨੀ ਗੱਲ ਹੋਈ ਸੀ ਤਾਂ ਫਿਰ ਉਸ ਟਾਈਮ ਵਿਭੀਸ਼ਣ ਸੀਗਾ, ਉਸ ਨੇ ਫਿਰ ਭਗਵਾਨ ਨੂੰ ਇਹ ਦੱਸਿਆ ਸੀਗਾ ਕਿ ਰਾਵਣ ਨੂੰ ਕੋਈ ਦੁਨੀਆ ਦਾ ਤੀਰ ਕੱਟ ਨਹੀਂ ਸਕਦਾ, ਕਿਉਂਕਿ ਰਾਵਣ ਨੂੰ ਮਾਰਨ ਵਾਸਤੇ ਇੱਕ ਤੀਰ ਰਘੂ ਰਾਜ ਨੇ ਜਿਹੜਾ ਤਿਆਰ ਕੀਤਾ ਸੀਗਾ। ਪਰ ਕਹਿੰਦੇ ਵੀ ਮੈਨੂੰ ਇੰਨਾ ਪਤਾ ਵੀ ਉਹ ਜਿਹੜਾ ਤੀਰ ਸੀਗਾ ਉਹ ਬ੍ਰਹਮਾ ਜੀ ਲੈ ਗਏ ਸੀ ਆਪਣੇ ਬ੍ਰਹਮ ਲੋਕ ਨੂੰ। ਉੱਥੋਂ ਰਾਵਣ ਨੇ ਬ੍ਰਹਮਾ ਦੀ ਤਪੱਸਿਆ ਕਰਕੇ ਖੁਸ਼ ਹੋ ਕੇ ਤੀਰ ਜਿਹੜਾ ਸੀ ਉਹ ਵਾਪਸ ਇਸ ਲੰਕਾ 'ਚ ਲੈ ਆਂਦਾ ਸੀਗਾ। ਪਰ ਇਹ ਤੀਰ ਰਾਵਣ ਨੇ ਕਿੱਥੇ ਰੱਖਿਆ ਇਹਦੇ ਬਾਰੇ ਕਿਸੇ ਨੂੰ ਕੋਈ ਭਿਣਕ ਨਹੀਂ ਹੈ। ਸੋ ਜਦ ਤੱਕ ਉਹ ਤੀਰ ਮਿਲਦਾ ਨਹੀਂ ਗਾ ਅਤੇ ਤਦ ਤੱਕ ਰਾਵਣ ਦੀ ਮੌਤ ਨਹੀਂ ਹੋ ਸਕਦੀ। ਰਾਵਣ ਦੀ ਮੌਤ ਕੇਵਲ ਅਤੇ ਕੇਵਲ ਉਹਦੇ ਉਸੇ ਹੀ ਕਾਲ ਰੂਪ ਤੀਰ ਦੇ ਨਾਲ ਹੋਊਗੀ। ਜਦ ਵਿਭੀਸ਼ਣ ਜੀ ਨੇ ਭਗਵਾਨ ਰਾਮ ਚੰਦਰ ਜੀ ਨੂੰ ਇਹ ਸਾਰੀ ਗੱਲ ਦੱਸੀ ਸੀ, ਫਿਰ ਸਾਰੇ ਯੋਧੇ ਸੀ ਉਹ ਇਕੱਠੇ ਹੋਏ, ਉਹਨਾਂ ਨੇ ਸਲਾਹ ਕੀਤੀ ਵੀ ਪਹਿਲਾਂ ਸਭ ਤੋਂ ਪਹਿਲਾਂ ਉਸ ਤੀਰ ਦੀ ਤਲਾਸ਼ ਕੀਤਾ ਜਾਵੇ, ਕਿਹੜੀ ਜਗ੍ਹਾ ਜਿਹੜਾ ਹੈ ਉਹ ਤੀਰ ਰੱਖਿਆ ਗਿਆ ਹੈ। ਸੋ ਇਸ ਕਰਕੇ ਸਾਰਿਆਂ ਦੇ ਜਿਹੜੀ ਸੇ ਉਸ ਟਾਈਮ ਜਿਹੜਾ ਇਹੋ ਹੀ ਸਲਾਹ ਬਣੀ ਆ ਕਿ ਇਸ ਤੀਰ ਨੂੰ ਦੂਸਰਾ ਕੋਈ ਯੋਧਾ ਲੱਭ ਨਹੀਂ ਸਕਦਾ, ਕੇਵਲ ਅਤੇ ਕੇਵਲ ਇੱਕੋ ਹੀ ਯੋਧਾ ਸਭ ਤੋਂ ਸ੍ਰੇਸ਼ਟ ਜੋ ਭਗਵਾਨ ਰਾਮ ਦਾ ਰੂਪ ਹੈ ਉਹ ਹੈ ਸ਼੍ਰੀ ਹਨੂੰਮਾਨ ਜੀ। ਸੋ ਇਹ ਜਿਹੜੀ ਸਾਰੀ ਤੀਰ ਲੱਭਣ ਦੀ ਜੋ ਵੀ ਜ਼ਿੰਮੇਵਾਰੀ ਸੀ ਇਹ ਹਨੂੰਮਾਨ ਜੀ ਨੂੰ ਦਿੱਤੀ ਗਈ। ਜਦੋਂ ਹਨੂੰਮਾਨ ਜੀ ਨੂੰ ਦਿੱਤੀ ਗਈ ਤਾਂ ਸਭ ਨੂੰ ਭਰੋਸਾ ਸੀਗਾ ਕਿ ਕਿਵੇਂ ਹਨੂੰਮਾਨ ਜੀ ਨੇ ਜਿਹੜੇ ਸੀਤਾ ਨੂੰ ਲੱਭਿਆ ਸੀਗਾ ਕਿ ਜਿਹੜੀ ਸੀਤਾ ਜੀ ਹੈਗੀ ਆ ਉਹ ਕਿਸ ਜਗ੍ਹਾ ਰਹਿੰਦੀ ਆ ਅਤੇ ਰਾਵਣ ਕਿਸ ਜਗ੍ਹਾ ਲੈ ਕੇ ਗਿਆ ਹੈਗਾ, ਅਤੇ ਇਹਦੀ ਖਬਰ ਵੀ ਜਿਹੜੀ ਸੀ ਉਹ ਹਨੂੰਮਾਨ ਜੀ ਨੇ ਭਗਵਾਨ ਰਾਮ ਨੂੰ ਦਿੱਤੀ ਸੀ। ਅਤੇ ਹੁਣ ਰਾਵਣ ਨੇ ਤੀਰ ਕਿੱਥੇ ਰੱਖਿਆ ਹੈਗਾ ਇਹਦੀ ਖਬਰ ਵੀ ਜਿਹੜਾ ਹਨੂੰਮਾਨ ਜ਼ਰੂਰ ਲੈ ਕੇ ਆਊਗਾ। ਸੋ ਇਸ ਕਰਕੇ ਸਭ ਨੂੰ ਇਹ ਆਸ ਸੀਗੀ, ਜਿਹਦੇ ਜ਼ਿੰਮੇਵਾਰੀ ਭਗਵਾਨ ਜੀ ਨੇ ਫਿਰ ਹਨੂੰਮਾਨ ਜੀ ਨੂੰ ਦਿੱਤੀ ਸੀ। ਫਿਰ ਹਨੂੰਮਾਨ ਜੀ ਨੇ ਫਿਰ ਆਪਣੀ ਬੁੱਧੀ ਦੇ ਅਨੁਸਾਰ ਮਨ ਦੇ ਵਿੱਚ ਇਹ ਸੋਚਿਆ ਵੀ ਉਹ ਤੀਰ ਨੂੰ ਕਿਵੇਂ ਲੱਭਿਆ ਜਾ ਸਕਦਾ ਹੈ। ਫਿਰ ਹਨੂੰਮਾਨ ਜੀ ਦੇ ਜਿਹੜੇ ਸੋਝੀ ਦੇ ਵਿੱਚ ਇਹ ਤਰਤੀਬ ਆਈ ਆ ਕਿ ਦੇਖੋ ਦੁਨੀਆ ਦੇ ਵਿੱਚ ਅਗਰ ਗੁਪਤ ਤੋਂ ਗੁਪਤ ਚੀਜ਼ ਹੈ ਤਾਂ ਉਹਦਾ ਜਿਹੜਾ ਹੈਗਾ ਭਾਵੇਂ ਹੋਰ ਕਿਸੇ ਨੂੰ ਪਤਾ ਨਾ ਹੋਵੇ ਪਰਿਵਾਰ ਦੇ ਵਿੱਚੋਂ, ਪਰ ਹਾਂ ਉਹ ਜਿਹੜਾ ਪਤਾ ਹੈਗਾ ਉਹ ਰਾਵਣ ਦੀ ਘਰ ਵਾਲੀ ਮੰਦੋਦਰੀ ਨੂੰ ਪਤਾ ਹੋ ਸਕਦਾ ਹੈ, ਕਿਉਂਕਿ ਮੰਦੋਦਰੀ ਜਿਹੜੀ ਹੈ ਨਾ ਰਾਵਣ ਦੇ ਅਤਿ ਕਰੀਬ ਇਸ ਦੀ ਪਿਆਰੀ ਪ੍ਰਿਯ ਇਸਤਰੀ ਹੈਗੀ ਹੈ, ਸਭ ਤੋਂ ਸ੍ਰੇਸ਼ਟ ਪਦਮਨੀ ਇਸਤਰੀ ਹੈਗੀ ਆ। ਇਸ ਕਰਕੇ ਮੰਦੋਦਰੀ ਨੂੰ ਜਿਹੜਾ ਹੈ ਨਾ ਜ਼ਰੂਰ ਤੀਰ ਦਾ ਪਤਾ ਹੋ ਸਕਦਾ, ਬਾਕੀ ਕਿਸੇ ਨੂੰ ਪਤਾ ਨਹੀਂ ਹੋ ਸਕਦਾ, ਕਿਉਂਕਿ ਪਤਨੀ ਜਿਹੜੀ ਉਹ ਪਤੀ ਦੇ ਭੇਦ ਦੇ ਵਿੱਚ ਮਾਰ ਹੁੰਦੀ ਅਤੇ ਪਤੀ ਪਤਨੀ ਦੇ ਭੇਦ ਦੇ ਵਿੱਚ ਮਾਰ ਹੁੰਦਾ। ਇਹ ਸੋਚ ਕੇ ਫਿਰ ਜਿਹੜੇ ਹਨੂੰਮਾਨ ਸੀਗੇ ਜਿੱਥੇ ਮੰਦੋਦਰੀ ਦਾ ਮਹਿਲ ਸੀਗਾ ਉਹਦੇ ਵਿੱਚ ਦਾਖਲ ਹੋਏ ਤਾਂ ਉੱਥੇ ਹਨੂੰਮਾਨ ਜੀ ਨੇ ਫਿਰ ਰਾਵਣ ਦੀ ਚਲਾਕੀ ਦੇ ਨਾਲ ਹੀ ਇੱਕ ਜਿਹੜੀ ਸੀ ਚਲਾਕੀ ਉਹ ਇਸ ਮੰਦੋਦਰੀ ਨਾਲ ਖੇਡੀ, ਕਿਉਂਕਿ ਹਨੂੰਮਾਨ ਜੀ ਜਾਣਦੇ ਸੀਗੇ ਕਿ ਰਾਵਣ ਨੂੰ ਜਿਹੜਾ ਹੈਗਾ ਰਾਵਣ ਦੇ ਹਥਿਆਰ ਚਲਾਕੀ ਦੇ ਨਾਲ ਹੀ ਜਿਹੜਾ ਹੈਗਾ ਉਹ ਮਾਰਿਆ ਜਾ ਸਕਦਾ। ਫਿਰ ਇਸੇ ਕਰਕੇ ਰਾਵਣ ਦੀ ਜਿਹੜੀ ਚੋਹ ਚਲਾਕੀ ਸਿਆਣਪ ਸੀ ਉਹਨੂੰ ਹਥਿਆਰ ਵਜੋਂ ਫਿਰ ਹਨੂੰਮਾਨ ਨੇ ਉਸ ਟਾਈਮ ਮੰਦੋਦਰੀ ਦੇ ਸਾਹਮਣੇ ਵਰਤਿਆ ਸੀ, ਕਿਉਂਕਿ ਜਦੋਂ ਹਨੂੰਮਾਨ ਜੀ ਮੰਦੋਦਰੀ ਦੇ ਮਹਿਲ ਦੇ ਵਿੱਚ ਦਾਖਲ ਹੋਏ ਸੀ ਅਤੇ ਹਨੂੰਮਾਨ ਜੀ ਨੇ ਜਾਂਦਿਆਂ ਹੀ ਮੰਦੋਦਰੀ ਦੇ ਸਾਹਮਣੇ ਇਹ ਜਿਹੜੀ ਸੀ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਸੀ ਕਿ ਰਾਵਣ ਦੀ ਜੈ ਹੋਵੇ, ਰਾਵਣ ਦੀ ਜੈ ਹੋਵੇ, ਰਾਵਣ ਦੀ ਜੈ ਹੋਵੇ। ਜਦ ਰਾਵਣ ਦੀ ਜੈ ਜੈ ਦੇ ਨਾਲ ਜਿਹੜੇ ਸੀਗੇ ਉੱਚੀ ਉੱਚੀ ਕਹਿਣਾ ਸ਼ੁਰੂ ਕੀਤਾ ਅਤੇ ਮੰਦੋਦਰੀ ਹੈਰਾਨ ਹੋ ਗਈ, ਜਿਹੜੇ ਆਪਣੇ ਪਤੀ ਦੀ ਲੜਾਈ ਦੇ ਵਿੱਚ ਜਿਹੜੀ ਸੀ ਆਪਣੇ ਬਾਲ ਖਿਲਾਰ ਕੇ ਜਿਹੜੀ ਸੀ ਉਹ ਬੜੀ ਉਦਾਸੀ ਭਾਵ ਦੇ ਵਿੱਚ, ਬੜੇ ਬੈਣ ਭਾਵ ਦੇ ਵਿੱਚ ਜਿਹੜੀ ਸੀ ਉਹ ਆਪਣੇ ਮਹਿਲ ਦੇ ਵਿੱਚ ਬੈਠੀ ਹੋਈ ਸੀ। ਜਦ ਇੰਨੀ ਗੱਲ ਹੋਈ ਮੰਦੋਦਰੀ ਹੈਰਾਨ ਹੋਈ ਕਿ ਹਨੂੰਮਾਨ ਜੀ ਮੇਰੇ ਪਤੀ ਦੀ ਜੈ ਜੈਕਾਰ ਕਿਵੇਂ ਕਰ ਰਹੇ ਆ। ਫਿਰ ਮੰਦੋਦਰੀ ਨੇ ਉਸ ਟਾਈਮ ਹੈਰਾਨ ਹੋ ਕੇ ਹਨੂੰਮਾਨ ਜੀ ਨੂੰ ਪੁੱਛਿਆ ਸੀਗਾ ਕਿ ਤੁਸੀਂ ਇਹ ਦੱਸੋ ਕਿ ਅੱਜ ਤੱਕ ਤੁਹਾਡੇ ਕਿਸੇ ਵੀ ਬੰਦੇ ਨੇ ਜਾਣੀ ਕਿ ਰਾਵਣ ਦੀ ਜੈ ਨਹੀਂ ਕਹੀ, ਸਾਰੇ ਭਗਵਾਨ ਰਾਮ ਦੀ ਜੈ ਜੈ ਕਰਦੇ ਆ, ਪਰ ਤੁਸੀਂ ਹਨੂੰਮਾਨ ਹੋ ਕੇ ਰਾਵਣ ਦੀ ਜੈ ਕਿਉਂ ਕਹਿੰਦੇ ਆ। ਜਦ ਇੰਨੀ ਗੱਲ ਹੋਈ ਸੀ ਹਨੂੰਮਾਨ ਨੇ ਆਖਿਆ ਸੀ, ਕਹਿੰਦੇ ਵੀ ਹੇ ਮਾਤਾ, ਦਰਅਸਲ ਗੱਲ ਇਹ ਹੈਗੀ ਆ
ਕਿ ਰਾਵਣ ਐਡਾ ਵੱਡਾ ਸ਼ਕਤੀਸ਼ਾਲੀ ਯੋਧਾ ਹੈਗਾ ਕਿ ਇੱਕ ਰਾਮ ਕੀ ਚਾਹੇ ਉਹਦੇ ਲੱਖਾਂ ਤੀਰ ਵੀ ਚੱਲ ਜਾਣ ਤਾਂ ਉਹ ਰਾਵਣ ਨੂੰ ਨਹੀਂ ਮਾਰ ਸਕਦੇ। ਇਸੇ ਕਰਕੇ ਮੈਂ ਰਾਵਣ ਦੀ ਜੈ ਜੈਕਾਰ ਕਹਿੰਦਾ ਹਾਂ। ਜਦ ਇੰਨੀ ਗੱਲ ਹੋਈ ਹੈ ਤੇ ਮਦੋਦਰੀ ਜਿਹੜੀ ਸੀਗੀ ਉਹ ਚੁੱਪ ਕਰ ਗਈ। ਉਸ ਤੋਂ ਬਾਅਦ ਫਿਰ ਹਨੂੰਮਾਨ ਜੀ ਨੇ ਆਪਣੀ ਚੋਖ ਚਲਾਕੀ ਨਾਲ ਮਦੋਦਰੀ ਨੂੰ ਕਹਿ ਦਿੱਤਾ, ਕਹਿੰਦੇ ਸਾਨੂੰ ਪਤਾ ਹੈਗਾ ਕਿ ਰਾਵਣ ਨੂੰ ਮਾਰਨ ਵਾਸਤੇ ਇੱਕ ਵਿਸ਼ੇਸ਼ ਤੀਰ ਜਿਹੜਾ ਰਘੂ ਰਾਜੇ ਨੇ ਉਹਨਾਂ ਟਾਈਮਾਂ ਦੇ ਵਿੱਚ ਕਾਲ ਰੂਪ ਬਣ ਕੇ ਤਿਆਰ ਕੀਤਾ ਸੀ, ਉਹ ਤੀਰ ਬ੍ਰਹਮਾ ਆਪਣੇ ਲੋਕ ਨੂੰ ਲੈ ਗਏ ਸੀ। ਲੇਕਿਨ ਰਾਵਣ ਬ੍ਰਹਮਾ ਨੂੰ ਖੁਸ਼ ਕਰਕੇ ਤੀਰ ਲੰਕਾ 'ਚ ਲੈ ਆਇਆ। ਪਰ ਉਹ ਤੀਰ ਕਿੱਥੇ ਰੱਖਿਆ ਕਿੱਥੇ ਨਹੀਂ ਰੱਖਿਆ ਇਹਨੂੰ ਕੋਈ ਨਹੀਂ ਜਾਣਦਾ। ਪਰ ਇੰਨਾ ਜ਼ਰੂਰ ਪਤਾ ਹੈਗਾ ਕਿ ਉਹ ਤੀਰ ਜਿਹੜਾ ਹੈਗਾ ਉਹ ਜੇ ਰਾਵਣ ਨੇ ਜਿੱਥੇ ਰੱਖਿਆ ਹੈਗਾ, ਕਿਉਂਕਿ ਆਪ ਪਟਰਾਣੀ ਆ, ਉਹਦਾ ਗਿਆਨ ਤੁਹਾਨੂੰ ਵੀ ਜ਼ਰੂਰ ਹੋਊਗਾ। ਪਰ ਮੈਂ ਤੁਹਾਨੂੰ ਇਸ ਗੱਲ ਦੀ ਸਾਵਧਾਨੀ ਦੇਣ ਵਾਸਤੇ ਆਇਆ ਕਿ ਇਹ ਮਦੋਦਰੀ ਤੂੰ ਇਹ ਦੇਖ ਵੀ ਉਹ ਤੀਰ ਜਿਸ ਜਗ੍ਹਾ ਰਾਵਣ ਨੇ ਰੱਖਿਆ ਉੱਥੇ ਸੇਫ ਪਿਆ, ਕੋਈ ਦੂਸਰੇ ਵਿਅਕਤੀ ਤਾਂ ਨਹੀਂ ਚੱਕ ਕੇ ਲੈ ਗਿਆ। ਜਦੋਂ ਹਨੂੰਮਾਨ ਜੀ ਨੇ ਬੜੇ ਚੋਖ ਚਲਾਕੀ ਨਾਲ ਮਦੋਦਰੀ ਨੂੰ ਆਪਣੀਆਂ ਗੱਲਾਂ ਦੇ ਵਿੱਚ ਲੈਣ ਦਾ, ਅਤੇ ਮਦੋਦਰੀ ਦੇ ਮਨ 'ਚ ਹੋਇਆ ਵੀ ਦੇਖਾਂ ਚੈੱਕ ਤਾਂ ਕਰਨਾ ਹੀ ਚਾਹੀਦਾ ਹੈ, ਕਿਉਂਕਿ ਮੇਰੇ ਤੋਂ ਸਿਵਾਏ ਕੋਈ ਵੀ ਜਿਹੜੀ ਰਾਣੀ ਦੂਸਰੀ ਗੋਲੀ ਆ ਉਹ ਰਾਵਣ ਤੋਂ ਅਤੇ ਮੇਰੇ ਤੋਂ ਬਿਨਾਂ ਇਸ ਤੀਰ ਨੂੰ ਨਹੀਂ ਜਾਣਦੀ ਵੀ ਇਹ ਕਾਲ ਰੂਪੀ ਤੀਰ ਜਿਹੜਾ ਉਹ ਕਿੱਥੇ ਪਿਆ ਹੈ। ਇਹ ਸੋਚ ਕੇ ਮਦੋਦਰੀ ਦੀ ਜਿਹੜੀ ਨਜ਼ਰ ਸੀਗੀ, ਜਿਸ ਜਗ੍ਹਾ ਰਾਵਣ ਨੇ ਤੀਰ ਆਪਣੇ ਸੇਜਾ ਰੂਪੀ ਪਾਵੇ ਦੇ ਵਿੱਚ ਲੁਕੋ ਕੇ ਰੱਖਿਆ ਸੀ, ਜਦ ਉੱਧਰ ਨੂੰ ਦੇਖਣ ਲੱਗੀ ਤਾਂ ਫਿਰ ਜਿਹੜੇ ਸੀ ਹਨੂੰਮਾਨ ਮੁਸਕਰਾ ਪਏ, ਝੱਟ ਸਮਝ ਗਏ ਕਿ ਇਹ ਤੀਰ ਰਾਵਣ ਨੇ ਆਪਣਾ ਜਿਹੜਾ ਪਲੰਗ ਹੈਗਾ, ਪਲੰਗ ਦੇ ਪਾਵੇ ਦੇ ਵਿੱਚ ਜਿਹੜਾ ਹੈਗਾ ਉਹ ਰੱਖਿਆ ਹੋਇਆ ਹੈ। ਇਹ ਸੋਚ ਕੇ ਫਿਰ ਹਨੂੰਮਾਨ ਜੀ ਯਕਦਮ ਜਿਹੜਾ ਸੀ ਮੌਕਾ ਸਮਝ ਕੇ ਪਾਵੇ ਕੋ ਕਹੇ ਜਾ ਕੇ ਪਾਵੇ ਨੇ ਜ਼ੋਰ ਨਾਲ ਲੱਤ ਮਾਰੀ। ਜਦ ਲੱਤ ਮਾਰੀ ਤਾਂ ਪਾਵਾ ਜਿਹੜਾ ਸੀ ਉਹ ਟੁਕੜੇ ਟੁਕੜੇ ਹੋਇਆ ਤਾਂ ਕੀ ਦੇਖਿਆ ਵਿੱਚੋਂ ਤੀਰ ਜਿਹੜਾ ਸੀਗਾ ਇੱਕ ਪਾਸੇ ਡਿੱਗ ਪਿਆ। ਜਦੋਂ ਤੀਰ ਇੱਕ ਪਾਸੇ ਡਿੱਗਿਆ ਅਤੇ ਉਸੇ ਟਾਈਮ ਹੀ ਹਨੂੰਮਾਨ ਨੇ ਫਟ ਛਾਲ ਮਾਰ ਕੇ ਤੀਰ ਚੱਕ ਕੇ ਅਤੇ ਭਗਵਾਨ ਰਾਮ ਚੰਦਰ ਜੀ ਦੇ ਪਾਸੇ ਜਿਹੜਾ ਸੀ ਉਹ ਜੰਗੇ ਮੈਦਾਨ 'ਚ ਲੈ ਆਂਦਾ। ਜਦ ਜੰਗ ਮੈਦਾਨ 'ਚ ਲੈਂਦਾ ਅਤੇ ਫਿਰ ਰਾਵਣ ਨੇ ਦੇਖਿਆ ਵੀ ਇਹ ਜਿਹੜਾ ਤੀਰ ਸੀਗਾ ਇਹ ਹਨੂੰਮਾਨ ਜਿਹੜਾ ਹੈਗਾ ਇਹ ਚੱਕ ਕੇ ਲੈ ਤਾਂ ਹੁਣ ਮੇਰੀ ਮੌਤ ਜਿਹੜੀ ਨਿਸ਼ਚਿਤ ਹੈਗੀ ਆ। ਇਹ ਕਹਿ ਕੇ ਫਿਰ ਰਾਵਣ ਨੇ ਉੱਚੀ ਉੱਚੀ ਜਿਹੜਾ ਸੀ ਭਗਵਾਨ ਰਾਮ ਚੰਦਰ ਨੂੰ ਜਿਹੜੀਆਂ ਸੀ ਆਪਣੇ ਮਨ ਦੀਆਂ ਬਹੁਤ ਸਾਰੀਆਂ ਗੱਲਾਂ ਕਹਿਣੀਆਂ ਸ਼ੁਰੂ ਕਰ ਦਿੱਤੀਆਂ ਕਿ ਮੈਂ ਜੀਂਦੇ ਜੀ ਆਪ ਜੀ ਨੂੰ ਇਸ ਲੰਕਾ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ। ਅਗਰ ਤੁਸੀਂ ਦਾਖਲ ਹੋ ਸਕਦੇ ਆ ਤਾਂ ਮੇਰੇ ਮਰੇ ਤੋਂ ਬਾਅਦ ਹੋ ਸਕਦੇ ਆ। ਜਦ ਇਸ ਤਰ੍ਹਾਂ ਦੇ ਗੱਲਾਂ ਉੱਚੀ ਉੱਚੀ ਕਹਿਣੀਆਂ ਸ਼ੁਰੂ ਕੀਤੀਆਂ, ਪਰ ਭਗਵਾਨ ਨੇ ਰਾਵਣ ਦੀਆਂ ਇਹ ਗੱਲਾਂ ਸੁਣੀਆਂ ਅਣਸੁਣੀਆਂ ਕਰਦਿਆਂ ਹਨੂੰਮਾਨ ਜੀ ਤੋਂ ਉਹ ਕਾਲ ਰੂਪੀ ਬਾਣ ਲੈ ਕੇ ਜਦ ਆਪਣੇ ਧੁਨਖ 'ਤੇ ਚਾੜਿਆ। ਧੁਨਖ 'ਤੇ ਚੜ੍ਹ ਕੇ ਜਿਉਂ ਹੀ ਉਹ ਰਾਵਣ ਵੱਲ ਛੱਡਿਆ ਅਤੇ ਉਸੇ ਹੀ ਬਾਣ ਦੇ ਨਾਲ ਫਿਰ ਰਾਵਣ ਦੀ ਮ੍ਰਿਤੂ ਹੋਈ ਸੀ। ਫਿਰ ਰਾਵਣ ਜਿਹੜਾ ਸੀਗਾ ਉਸੇ ਬਾਣ ਦੇ ਨਾਲ ਫਿਰ ਧਰਤੀ ਉੱਤੇ ਡਿੱਗਿਆ ਸੀਗਾ। ਜਦ ਧਰਤੀ 'ਤੇ ਡਿੱਗਿਆ ਸੀ ਅਤੇ ਇਸੇ ਹੀ ਬਾਣ ਨੇ ਫਿਰ ਰਾਵਣ ਨੂੰ ਸਦਾ ਵਾਸਤੇ ਸੜਾਤਾ ਸੀ। ਸੋ ਇਹ ਹੈ ਉਹ ਬਾਣ ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਰਾਵਣ ਨੇ ਕਾਲ ਜਿਹੜਾ ਨਾ ਆਪਣੇ ਪਾਵੇ ਨਾਲ ਬੰਨ੍ਹਿਆ ਸੀਗਾ ਅਤੇ ਇਸੇ ਹੀ ਬਾਣ ਦੇ ਨਾਲ ਇਸੇ ਹੀ ਕਾਲ ਨੇ ਫਿਰ ਅਖੀਰ ਰਾਵਣ ਦਾ ਅੰਤ ਕਰ ਦਿੱਤਾ ਸੀਗਾ। ਸੋ ਦਾਸ ਰਾਵਣ ਦੀ ਇਹ ਪ੍ਰਸਿੱਧ ਕਥਾ ਦਾ ਇੰਨਾ ਹੀ ਵਰਣਨ ਕਰਦਾ ਹੋਇਆ ਖੇਮਾ ਦਾ ਜਾਚਕ ਹੈ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।